ਕਾਂਛੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਾਡੇ ਵੱਲੋਂ ਬਹੁਤ ਪਿਆਰ ਦੇ ਨਾਲ ਜੈ ਗੁਰਦੇਵ ਤੇ ਗੁੱਡ ਈਵਨਿੰਗ ਜੀ। ਅਸੀਂ ਪ੍ਰੋਗਰਾਮ ਲੈ ਕੇ ਆ ਬੈਠੇ, ਹੋ ਸਕਦਾ ਤੁਸੀਂ ਵੀ ਸਾਰੇ ਭੈਣ ਭਰਾ ਰੈਡੀ ਬੈਠੇ ਹੋਵੋਗੇ ਤੇ ਚਾਹ ਪਾਣੀ ਚੱਲ ਰਿਹਾ ਹੋਊਗਾ, ਠੰਡ ਕਾਫੀ ਹੈ ਤੇ ਬੱਚਿਆਂ ਦੇ ਨਾਲ ਬੈਠੇ ਹੋਵੋਗੇ ਤੇ ਆਪਣੇ ਘਰਾਂ ਦੇ ਵਿੱਚ ਤੰਦਰੁਸਤ ਹੋਵੋਗੇ। ਤੇ ਬਾਕੀ ਆਪਾਂ ਪ੍ਰੋਗਰਾਮ ਲੈ ਕੇ ਆਏ ਆ, ਹੋ ਸਕਦਾ ਤੁਸੀਂ ਵੀ ਸਾਰੇ ਉਡੀਕ ਕਰ ਰਹੇ ਹੋਵੋਗੇ ਤੇ ਅਸੀਂ ਪਰ ਕਦੀ ਕਦੀ ਛੁੱਟੀ ਵੀ ਕਰ ਲਈਦਾ, ਉਹਦੇ ਅਸੀਂ ਸੌਰੀ ਮੰਗਦੇ ਹਾਂ ਤੇ ਅਸੀਂ ਹੁਣ ਪ੍ਰੋਗਰਾਮ ਲੈ ਕੇ ਆਇਆ ਕਰਾਂਗੇ। ਠੰਡ ਹੁਣ ਹੋ ਜਾਣੀ ਦੂਰ, ਫਿਰ ਆਪਾਂ ਪ੍ਰੋਗਰਾਮ ਇੱਦਾਂ ਕਰਾਂਗੇ ਨਾ। ਤੇ ਬਾਕੀ ਹੋਰ ਸਾਰੇ ਭੈਣ ਭਰਾ ਤੰਦਰੁਸਤ ਰਹਿਣ, ਆਪਣੇ ਘਰਾਂ ਦੇ ਵਿੱਚ ਠੀਕ ਠਾਕ ਰਹਿਣ। ਤੇ ਆਪਾਂ ਹੁਣ ਲੈ ਕੇ ਪ੍ਰੋਗਰਾਮ ਪਹੁੰਚ गए तो ਅਸੀਂ ਹੁਣ ਤੁਹਾਨੂੰ ਦੱਸਦੇ ਹਾਂ, तो ਤੁਸੀਂ भी पहला बुला लो जी। जय गुरुदेव। हाँ जी दोस्तों, आप सब ਨੂੰ जय गुरुदेव जी जी। सत श्री अकाल जी ਤੇ ਵੈਰੀ ਗੁੱਡ ਈਵਨਿੰਗ ਹੋ ਗਈ ਆ ਜੀ। हाँ जी, ਤੇ मौसम भी ठंडा हो गया जी। मौसम 2-4 दिन चंगा रहा पर ਹੁਣ ठंडा हो गया। ਤੇ ਹੁਣ ਜੇ ਅਸੀਂ ਭਾਰਤ ਦੀ ਗੱਲ ਕਰੀਏ ਤਾਂ ਥੋੜਾ ਜਿਹਾ ਗਰਮ ਹੋ ਗਿਆ। हाँ जी, गर्मी हो। हाँ जी, ਮਾਰਚ ਤੋਂ ਸ਼ੁਰੂ ਹੋ ਜਾਂਦੀ ਗਰਮੀ ਤੇ ਬਸ ਚੰਦ ਦਿਨਾਂ ਵਿੱਚ ਵੱਧ ਜਾਂਦਾ ਟੈਂਪਰੇਚਰ ਜੀ। ਤੇ ਇੱਥੇ ਅਜੇ ਠੰਡ ਰਹੂਗੀ 2-3 ਮਹੀਨੇ। ਹਾਂਜੀ, ਤੇ ਉਮੀਦ ਕਰਦੇ ਸਭ ਠੀਕ ਠਾਕ ਆ ਜੀ ਜੀ। ਤੇ ਕਿਉਂਕਿ ਰੌਣਕਾਂ ਹੋ ਕੇ ਹਟੀਆਂ ਬਹੁਤ ਸਾਰੇ ਪ੍ਰੋਗਰਾਮ ਹੋਏ ਹੈਗੇ ਆ ਔਰ ਵੱਖ-ਵੱਖ ਥਾਵਾਂ ਦੇ ਉੱਤੇ ਸ਼੍ਰੀ ਗੁਰੂ ਰਵਿਦਾਸ ਜੀ ਦੇ ਆਗਮਨ ਦਿਵਸ ਦੇ ਜਿਹੜੇ ਪ੍ਰੋਗਰਾਮ ਆ ਜੀ ਬੜੇ ਵੱਡੇ ਲੈਵਲ ਤੇ ਹੋਏ ਔਰ ਆਪਾਂ ਸਭ ਨੇ ਦੇਖੇ। ਪਿੰਡਾਂ ਦੇ ਸਾਰਿਆਂ ਦੇ ਜਿੱਦਾਂ ਸਾਰੇ ਪਿੰਡਾਂ ਵਿੱਚ ਆਲੇ ਦੁਆਲੇ ਜਿੱਥੇ ਤੱਕ ਵੀ ਕੈਮਰਾ ਚੱਲਿਆ ਜੀ। ਤੇ ਕਾਂਛੀ ਜਿਹੜਾ ਟੀਵੀ ਆ ਇਹਨੇ ਜਿੱਥੇ ਤੱਕ ਇਹਦੀ ਪਹੁੰਚ ਸੀਗੀ ਲੋੜ ਤੋਂ ਵੱਧ ਹੀ ਪਹੁੰਚਿਆ ਹੈਗਾ ਥਾਵਾਂ ਦੇ ਉੱਤੇ। ਤੇ ਜਾਣੀ ਏਡੇ ਹੀ ਦੂਰ ਤੱਕ ਪਹਿਲਾਂ ਨਹੀਂ ਪਹੁੰਚ ਹੋਇਆ ਹੈਗਾ। ਇਹ ਸਾਰਾ ਮਸਲਾ ਹੈਗਾ ਵੀ ਜਿੱਦਾਂ ਤੁਹਾਡਾ ਜਿਹੜਾ ਇਨਕਮ ਸੋਰਸ ਚੰਗਾ ਹੈਗਾ ਤਾਂ ਤੁਸੀਂ ਬੰਦਿਆਂ ਨੂੰ ਦੂਰ ਤੱਕ ਭੇਜ ਸਕਦੇ ਹੈਗੇ ਆ ਜੀ। ਸੋ ਬਹੁਤ ਸਾਰੇ ਪ੍ਰੋਗਰਾਮ ਤੁਸੀਂ ਦੇਖੇ, ਬਹੁਤ ਸਾਰੇ ਅਸੀਂ ਦੇਖੇ ਤੇ ਆਪ ਸਭ ਨੂੰ ਇਹਨਾਂ ਚੀਜ਼ਾਂ ਦੀਆਂ ਸਾਰੀਆਂ ਵਧਾਈਆਂ ਵੀ ਹੈਗੀਆਂ ਵੀ ਇੰਨੇ ਸੋਹਣੇ ਪ੍ਰੋਗਰਾਮ ਪੇਸ਼ ਕਰ ਸਕਿਆ ਟੀਵੀ। ਔਰ ਸਾਰੇ ਭੈਣਾਂ ਭਰਾਵਾਂ ਨੇ ਜਿੱਥੇ ਜਿੱਥੇ ਵੀ ਮਨਾਏ ਹੈਗੇ ਉਹ ਵੀ ਬਹੁਤ ਵਧੀਆ ਮਨਾਏ ਹੈਗੇ। ਜਿਨ੍ਹਾਂ ਨੇ ਸੇਵਾ ਵੀ ਦਿੱਤੀ ਉਹਨਾਂ ਦਾ ਵੀ ਅਸੀਂ ਬਹੁਤ ਥੈਂਕ ਯੂ ਕਰਦੇ ਹਾਂ ਸਾਰਿਆਂ ਦੇ। ਜਿੱਦਾਂ ਪਰਮਾਤਮਾ ਸਾਰਿਆਂ ਨੂੰ ਤੰਦਰੁਸਤ ਰੱਖੇ, ਜਿੰਨੀ ਵੀ ਸੇਵਾ ਦਿੱਤੀ ਹੈ ਉਹਨਾਂ ਨੇ ਜਿੱਥੇ ਤੱਕ ਵੀ ਪ੍ਰੋਗਰਾਮ ਆਪਾਂ ਦੇਖਣੇ ਚਾਹੁੰਦੇ ਸੀ ਜਿੱਦਾਂ ਬਹੁਤ ਸਾਰੇ ਦੇਖੇ ਆ ਤੇ ਕਈ ਥਾਂ ਤੇ ਨਹੀਂ ਦੇਖ ਹੋਏ। ਬਹੁਤ ਸਾਰੇ ਹੈਗੇ ਸੀ। ਹੁਣ ਬੰਗਿਆਂ ਦਾ ਪ੍ਰੋਗਰਾਮ ਸੀ, ਫਗਵਾੜੇ ਦਾ ਸੀ, ਹੋਰ ਪਿੰਡਾਂ ਦੇ ਬਹੁਤ ਸਾਰੇ, ਫਲੋਰ ਤੋਂ ਵੀ ਬੜੀ ਪਬਲਿਕ ਸੀਗੀ ਉੱਥੇ। ਔਰ ਮੈਂ ਤਾਂ ਇਹ ਸਮਝਦਾ ਵੀ ਜਿੱਦਾਂ ਉਹ ਝਾਕੀਆਂ ਜਾਂ ਜਿੱਦਾਂ ਉਹ ਪੂਰੇ ਦਾ ਪੂਰਾ ਗੁਰਦੁਆਰਾ ਜਾਂ ਮੰਦਿਰ ਜੋ ਮਰਜ਼ੀ ਤੁਸੀਂ ਕਹਿ ਸਕਦੇ ਹੋ ਤੁਹਾਨੂੰ ਠੀਕ ਲੱਗਦਾ ਵੀ ਉਹ ਪੂਰੇ ਦਾ ਪੂਰਾ ਸੜਕ ਤੇ ਲੈ ਕੇ ਤੁਰੇ ਸੀਗੇ। ਇੱਦਾਂ ਲੱਗਦਾ ਸੀ ਵੀ ਇਹ ਐਡਾ ਵੱਡਾ ਇਹ ਕਿੱਦਾਂ ਸਾਰੀ ਦੁਨੀਆ ਉੱਤੇ ਪਹੁੰਚੀ ਹੈਗੇ ਤੇ ਕਿੱਦਾਂ ਇਹ ਬਣਾਇਆ ਹੋਊਗਾ ਤਾਂ ਕਿੱਦਾਂ ਇਹ ਕੀਤਾ ਹੋਊਗਾ, ਕੀ ਮਸਲਾ ਹੈਗਾ ਆ ਉਹ। ਸੋ ਸਭ ਨੂੰ ਅਸੀਂ ਵਧਾਈਆਂ ਦਿੰਦੇ ਇਸ ਗੱਲ ਦੀਆਂ। ਤੇ ਇੱਕ ਥੋੜਾ ਜਿਹਾ ਮੇਰੇ ਕੋਲ ਸੇਵਾ ਦੀ ਸੂਚਨਾ ਵੀ ਉਹ ਵੀ ਆਪਾਂ ਸ਼ੇਅਰ ਕਰ ਲੈਣੇ, ਫਿਰ ਆਪਾਂ ਗੱਲ ਸ਼ੁਰੂ ਕਰ ਲੈਣੀ ਆ। ਤੇ ਇਹ ਸੇਵਾ ਆਈ ਹੈਗੀ ਕਮਲਾ ਜੀ ਸ਼ੀਮਰ ਐਂਡ ਦੇਵਰਾਜ ਜੀ ਵੱਲੋਂ 50 ਪਾਉਂਡ ਉਹਨਾਂ ਨੇ ਦਿੱਤੇ ਹੈਗੇ ਆ ਕਾਂਛੀ ਟੀਵੀ ਦੇ ਗੁਰਪੁਰਬ ਲਈ ਜਿੱਦਾਂ। ਹਾਂ ਗੁਰਪੁਰਬ, ਹਾਂਜੀ ਜੀ। ਤੇ ਬਿਮਲਾ ਜੀ ਤੇ ਲਾਲ ਜੀ ਸ਼ੀਮਾ ਇਹਨਾਂ ਵੱਲੋਂ ਵੀ 50 ਪਾਉਂਡ ਹਾਜ਼ਰ ਹੋਏ ਹੈਗੇ ਆ। ਹਾਂਜੀ, ਦੋਨਾਂ ਫੈਮਲੀਆਂ ਵੱਲੋਂ 50 ਪਾਉਂਡ ਆਏ ਆ। ਤੇ ਪਰਮਾਤਮਾ ਇਹਨਾਂ ਨੂੰ ਤੰਦਰੁਸਤੀ ਦੇਵੇ ਤੇ ਇਹਨਾਂ ਦੇ ਬੱਚੇ ਠੀਕ ਠਾਕ ਰਹਿਣ ਤੇ ਇਦਾਂ ਹੀ ਬਸ ਸੇਵਾ ਦਿੰਦੇ ਰਹਿਣ ਤੇ ਸਾਰਿਆਂ ਦੇ ਘਰਾਂ 'ਚ ਤੰਦਰੁਸਤੀ ਰਹੇ। ਸਾਰੇ ਭੈਣ ਭਰਾਵਾਂ ਨੇ ਬਹੁਤ ਸੇਵਾ ਦਿੱਤੀ, ਰੱਜ ਕੇ ਦਿੱਤੀ। ਇਦਾਂ ਹੀ ਅਸੀਂ ਕਹਿੰਦੇ ਹਾਂ ਸੇਵਾ ਦਿੰਦੇ ਰਹੋ ਤਾਂ ਆਪਾਂ ਇਸ ਪਲੇਟਫਾਰਮ ਨੂੰ ਇਦਾਂ ਹੀ ਚਲਾਉਂਦੇ ਰੱਖੀਏ ਤੇ ਇਦਾਂ ਹੀ ਆਪਾਂ ਗੱਲਾਂ ਬਾਤਾਂ ਕਰਦੇ ਰਹੇ, ਅਸੀਂ ਤੁਹਾਡੀਆਂ ਆਵਾਜ਼ਾਂ ਇਦਾਂ ਹੀ ਸੁਣਦੇ ਰਹੀਏ ਤੇ ਇਦਾਂ ਆਪਾਂ ਗਾਂਹ ਚੱਲੀਏ। ਹਾਂਜੀ ਹਾਂਜੀ, ਅਸੀਂ ਗੱਲ ਕੀਤੀ ਵੀ ਅਸੀਂ ਬਹੁਤ ਸਾਰੇ ਪ੍ਰੋਗਰਾਮ ਦੇਖੇ ਹੈਗੇ ਜੀ। ਔਰ ਡਿਪੈਂਡ ਕਰਦਾ ਵੀ ਤੁਸੀਂ ਹਰ ਪ੍ਰੋਗਰਾਮ ਦੇ ਵਿੱਚੋਂ ਆਪਣੇ ਲਈ ਕੀ ਕੱਢਦੇ ਹੈਗੇ। ਇੱਕ ਮਿੰਟ ਕਰਦੇ ਗੱਲ ਹੈ ਨਾ। ਅੱਛਾ, ਉਹ ਪ੍ਰੋਗਰਾਮ ਜੋ ਅਸੀਂ ਦੇਖਿਆ ਹੈਗਾ ਜੋ ਸਾਨੂੰ ਬਹੁਤ ਚੰਗਾ ਲੱਗਿਆ ਹੈਗਾ ਜੀ, ਅਸੀਂ ਉਹ ਚਾਹੁੰਦੇ ਵੀ ਤੁਹਾਡੇ ਨਾਲ ਅਸੀਂ ਸ਼ੇਅਰ ਕਰੀਏ। ਔਰ ਸ਼ੇਅਰ ਕਰਨ ਤੋਂ ਬਾਅਦ ਦੇਖਣ ਤੋਂ ਬਾਅਦ ਸਾਰੀ ਗੱਲਬਾਤ ਆਪਾਂ ਉਹਦੇ ਉੱਤੇ ਗੱਲਬਾਤ ਕਰਾਂਗੇ। ਫਿਰ ਆਪਾਂ ਕਾਲਾਂ ਲਵਾਂਗੇ ਜੀ, ਆਪਾਂ ਕਾਲਾਂ ਵੀ ਉਦੋਂ ਲਵਾਂਗੇ। ਔਰ ਤੁਹਾਡੇ ਵਧੀਆ ਜਿਹੜੇ ਸੁਝਾਅ ਹੋਣਗੇ ਸੂਝਵਾਨ ਦੋਸਤਾਂ ਦੇ ਉਹ ਵੀ ਅਸੀਂ ਲਵਾਂਗੇ। ਸੋ ਅਸੀਂ ਚਾਹੁੰਦੇ ਹਾਂ ਵੀ ਇਹ ਜਿਹੜਾ ਵੀਡੀਓ ਹੈਗੀ ਆ ਜੇ ਪਲੇ ਹੁੰਦੀ ਤਾਂ ਕਰ ਦਿਓ। ਹਾਂਜੀ, ਵਾਹਿਗੁਰੂ ਵਾਹਿਗੁਰੂ, ਥੋੜੀ ਆਵਾਜ਼ ਕਰਿਆ ਜੀ। ਵਾਹਿਗੁਰੂ ਵਾਹਿਗੁਰੂ, ਅਕਾਲ ਪੁਰਖ ਵਾਹਿਗੁਰੂ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਇਕੱਤਰ ਹੋਏ ਗੁਰਮੁਖ ਪਿਆਰੇ ਸਤਸੰਗੀ ਜਨੋਂ ਮੈਂ ਚਾਹਾਂਗਾ ਅੱਜ ਸਮੁੱਚੀ ਸੰਗਤ ਬੜੀ ਮਰਿਆਦਾ ਦੇ ਤਹਿਤ
सतगुरु रविदास पातशाह महाराज जी का प्रकाश दिखाड़ा मनाने के लिए जुड़े हो। रज के एकाग्रता की दात प्रदान करिया जे एक मन एक चित होके बुलाओ गज के फतेह आखो जी वाहेगुरु जी का खालसा वाहेगुरु जी की फतेह। मेरे तो पहला अनेक बुलारिया ने गुरु के कीर्तनिया ने अरबी बाणी के कीर्तन द्वारा ते रविदास महाराज जी के इनकलाब बारे एडवोकेट हरप्रीत सिंह जमालपुर जी ने तुहाडे नाल विचारक साझा रखिया ने। पर सब तो पहली गल मैं एक इत्थे बेनती करनी चाहुंदा मैं, जो गल चलती है ना रविदास महाराज जी बारे तो इत्थे साडे विच एक बड़ी वड्डी गल चल जाती। हुण कोई ये ना कहे भी ये मामला जिहड़ा बड़ा हरप्रीत सिंह मक्कू ने कंट्रोवर्शियल जिहा छेड़ लिया, एक बड़ी वड्डी गल चल पैंदी है गुरु और भगत का मामला। एक धिर अड़ जाती है भगत कहांगे, दूजी धिर कहती है गुरु कहांगे, तो फिर मेरे प्रचारक के उपर भी सवाल आ जाता है भी जो तुसीं दीवान दे विच कथा करोगे तुसीं की कहोगे। तो मैं एक बेनती गुरबाणी के विचों आखनी चाहुंदा मैं, जो मैं गुरबाणी पढ़दा वां ते पातशाह गुरबाणी दे विच क्लीयर कहंदे ने सत गुर की बाणी सत सत कर जानो गुर सिखो। जे मेरा गुरु कहंदा भी सत गुर की बाणी है, गुर की बाणी है, धुर की बाणी है, तो चेते रखा जे फिर मैनूं इहदे विच कोई डाउट नहीं होना चाहिए। जे मैं गुरबाणी पढ़दा वां ते उहदे विच बड़ा क्लीयर है बाणी गुरु गुरु है बाणी विच बाणी अमृत सारे गुर बाणी कहे सेवक जन मानै परतख गुरु निस्तारे। ते जे किसी थां दे उपर किसी भड़ूए वालों बेअदबी हो जाती है तो आपां कदी उदों ये नहीं कहते कि भट्ट बाणी की बेअदबी हुई है, आपां कदी ये नहीं कहते ये भगत बाणी की बेअदबी हुई है, आपां कदी ये नहीं कहते अनेक प्रकार के शब्द वंडी वाले आपां कहने गुरबाणी की बेअदबी हुई है। चेते एक चीज अज बड़ी रखने वाली है, हकीकत यह है भी फुल एक पासे होवे, एक है गेंदा, एक है गुलाब, एक है डेलिया, एक है गुलदोदी। हुण फुल अनेक प्रकार के हो सकते हैं, पर एक चीज सानू कभी नहीं भुलनी चाहिए, जो उन्होंने फुलों को परो लिया जाता है तो हकीकत यह है उत्थे कहा जाता है भी ये मालक है, उत्थे ये नहीं कहा जाता भी ये डेलिया है, ये गुलाब है, ये गुलदोदी है, या अनेक प्रकार के नाल कह दिए भी ये गेंदा है। उदों इक्को शब्द वरत्या जाता है, की वरत्या जाता है, कहा जाता है भी ये मालक है। मैं वीरां नूं बेनती करांगा भाई दीवान चलदा पिया, दीवान की मर्यादा का ख्याल तो रखो। वीरां नूं बेनती है दीवान चलदा पिया और रविदास महाराज जी का प्रकाश दिहाड़ा मनाया जा रहा है, एक स्पीकर चलते ना दूजे में ना बोलो, दीवान का हिस्सा बनो, बेनती है। हुण सुनिया मैं बेनती की करदा मैं, जो गुरबाणी के विच मामला बड़ा क्लीयर है तो मैनूं कोई डाउट नहीं होना चाहिए। हुण इस तो भी आपां थोड़ी जी अगे चलते हैं। मेरे तो पहला बड़े प्यार के साहित्यक शब्द पढ़िया गया, बेगमपुरा शहर को नाओ, माड़ा जा बोलो बेगमपुरा शहर को नाओ। स्टेज तो बाज भी आवे तो थलों भी बाज आवे। ये कहने भी किसान मजदूर एकता, कि फिर एकता दे विचों एक आवाज निकलनी चाहिए। ध्यान दे के सुनिया जी, बेगमपुरा शहर को नाओ, दुख अंदोह नहीं तेह ठाओ, ना तस्वीस खिराज ना माल, खौफ ना खता ना तरस जवाल। ते जे किसी नूं पुछ के देखो भी ये केड़ा बेगमपुरा है, कहंदे जी अवस्था दा ना है। मैं क्या ना अवस्था कह के ना एडा बड़ा जिहड़ा संकल्प लिया है ना रविदास महाराज जी ने, मैं क्या उन्होंने मिट्टी ना करो। कहते जी ये किवें, मैं क्या बेगमपुरा कला ये नहीं है भी एक अवस्था है, ये बेगमपुरा वो है। देखो जदों इंसान नूं इंसान ना समझिया जाए, बोलो बे जो सजा का प्रावधान भी होवे ब्रह्म हत्या है, ख्याल करिया जे बड़ा बड़ा पाप मन्निया जाता सी ब्रह्म हत्या का पाप। जो सजा देने वेले भी बंदे की जात परखी जाए, एजुकेशन वेले भी बंदे की जात परखी जाए, नौकरी वेले भी बंदे की जात देखी जाए, घर वाड़न तो पहला भी जात देखी जाए, पिंडां दी गलियां में विचरण वेले भी बंदे की जात पूछी जाए। तो फिर रविदास महाराज ने कहा सी नहीं, ऐसा बेगमपुरे की मैं गल करदा मैं जिथे कोई भेदभाव ना होवे, जिथे सारियां दे अधिकार इक्को जे होण, इंसान नूं इंसान समझिया जाए। ते पुछया भी उहदे विच कौन कौन अपना ते बेगाना होवेगा। कहण लगे नहीं, कह रविदास खलास जमारा, जो हम शहरी सो मीत हमारा। साडा ते ओही मित्र है जिहड़ा साडी विचारधारा दे नाल होके चलदा है। ते तुहाडी विचारधारा किहड़ी है? कहंदे मानवतावादी साडी विचारधारा। ते मानवती आपां सारे ही आ ना, सानूं समझना पैना। देखो एजुकेशन दे अर्थ कली डिग्री लैनी नहीं हुंदी, एजुकेशन के अर्थ किताबी कीड़ा बनना नहीं हुंदा, एजुकेशन के अर्थ नौकरी लेना नहीं हुंदा। एजुकेशन के अर्थ हुंदे ने अपने पैरों ते खलो जाना ते समाज दे विचों सारियां ऊण पाइयां कढ देनियां
ਜਿਹੜੀਆਂ ਸਾਡੇ ਸਮਾਜ ਦੇ ਵਿਕਾਸ ਦੇ ਵਿੱਚ ਬੜੀ ਵੱਡੀ ਰੁਕਾਵਟ ਬਣਦੀਆਂ ਨੇ। ਤੇ ਰਵਿਦਾਸ ਮਹਾਰਾਜ ਜੀ ਨੇ ਛੂਆ-ਛਾਤ ਦਾ ਵਿਰੋਧ ਕੀਤਾ, ਰਵਿਦਾਸ ਮਹਾਰਾਜ ਜੀ ਨੇ ਊਚ ਨੀਚ ਭੇਦ ਭਾਵ ਦਾ ਵਿਰੋਧ ਕੀਤਾ। ਤੇ ਜਦੋਂ ਸਤਿਗੁਰੂ ਰਵਿਦਾਸ ਪਾਤਸ਼ਾਹ ਮਹਾਰਾਜ ਇਹ ਵਿਰੋਧ ਕਰਦੇ ਨੇ ਨਾ, ਤੇ ਉਹਨਾਂ ਤੇ ਵੀ ਬੜੀ ਵੱਡੀ ਇੱਕ ਪਾਬੰਦੀ ਲਾ ਦਿੱਤੀ ਗਈ। ਕਹਿਣ ਲੱਗੇ ਤੈਨੂੰ ਤੇ ਗਿਆਨ ਵੰਡਣ ਦਾ ਅਧਿਕਾਰ ਨਹੀਂ, ਕਿਉਂਕਿ ਤੂੰ ਚਮਾਰ ਹੈ, ਤੂੰ ਛੂਦਰ ਹੈ, ਤੈਨੂੰ ਰੱਬ ਦੀ ਬੰਦਗੀ ਕਰਨ ਦਾ ਅਧਿਕਾਰ ਨਹੀਂ। ਤੇ ਇੱਕ ਚੇਤੇ ਰੱਖਿਆ, ਜੇ ਮੰਨ ਲਓ ਮੈਂ ਸੜਕ ਤੇ ਜਾ ਰਿਹਾ ਵਾਂ, ਮੇਰੇ ਨਾਲ ਵੀਰ ਆਨੰਦ ਕਿਸ਼ੋਰ ਨੇ, ਬੜੇ ਪਿਆਰੇ ਨੇ, ਔਰ ਇੱਕ ਕਸਵੱਡੀ ਦੇ ਵਿੱਚੋਂ ਲੰਘੇ ਹੋਏ ਨੇ, ਮੈਂ ਸੜਕ ਤੋਂ ਜਾ ਰਿਹਾ ਵਾਂ, ਤੇ ਕੋਈ ਮੇਰੇ ਤੇ ਪਾਬੰਦੀ ਲਾਵੇ ਵੀ ਸੜਕ ਤੋਂ ਮੈਂ ਲੰਘਾਂਗਾ, ਤੂੰ ਨਹੀਂ ਲੰਘੇਗਾ, ਤੇ ਮੇਰਾ ਸਿੱਧਾ ਸਿੱਧਾ ਕੀ ਜਵਾਬ ਹੋਵੇਗਾ ਵੀ ਸੜਕ ਤੇਰੇ ਪਿਓ ਦੀ ਹੈ। ਬੋਲੋ ਵੀ ਸੜਕ ਤੇਰੇ ਬਾਪ ਦੀ ਹੈ, ਆਪਾਂ ਸ਼ਬਦ ਵਰਤਾਂਗੇ। ਮੈਨੂੰ ਕੋਈ ਕਹਿ ਦਿੰਦਾ ਵੀ ਨਾ ਇਹ ਪਬਲਿਕ ਜਗ੍ਹਾ ਪਰ ਸਾਡੇ ਵਾਸਤੇ ਆ, ਤੇਰੇ ਵਾਸਤੇ ਨਹੀਂ, ਤੇ ਮੈਂ ਕਹਾਂਗਾ ਪਾਰਕ ਤੇਰੇ ਬਾਪ ਦੇ। ਅੰਦਾਜ਼ਾ ਲਾਇਆ ਜੇ ਇਸੇ ਪ੍ਰਕਾਰ ਦਾ ਇਨ ਬਿਨ ਸ਼ਬਦ ਸਤਿਗੁਰੂ ਰਵਿਦਾਸ ਪਾਤਸ਼ਾਹ ਮਹਾਰਾਜ ਜੀ ਨੇ ਆਪਣੀ ਬਾਣੀ ਦੇ ਵਿੱਚ ਵਰਤਿਆ। ਹੁਣ ਤੁਹਾਡੇ ਮਨ ਦੇ ਵਿੱਚ ਖਿਆਲ ਆਵੇਗਾ ਵੀ ਸਾਨੂੰ ਪੜ੍ਹ ਕੇ ਸੁਣਾ, ਸਾਡਾ ਤੇ ਭੁਲੇਖਾ ਨਹੀਂ ਨਿਕਲਣਾ, ਤੇ ਮੈਂ ਪੜ੍ਹ ਕੇ ਸੁਣਾਉਣਾ ਨਾ। ਜਦੋਂ ਏਡੀ ਵੱਡੀ ਪਾਬੰਦੀ ਲਾਤੀ, ਕਹਿਣ ਲੱਗੇ ਤੂੰ ਗਿਆਨ ਦੀ ਗੱਲ ਕਿਵੇਂ ਕਰ ਸਕਦਾ, ਤੁਹਾਨੂੰ ਤੇ ਗਿਆਨ ਦਾ ਅਧਿਕਾਰ ਨਹੀਂ। ਵਰਨ ਵੰਡ ਦੇ ਮੁਤਾਬਕ ਤੁਸੀਂ ਚੌਥੇ ਨੰਬਰ ਤੇ ਹੋ, ਤੁਹਾਡਾ ਸਿਰਫ ਇਹ ਅਧਿਕਾਰ ਹੈ ਆਪਣੇ ਤੋਂ ਉੱਚੇ 3 ਵਰਨਾਂ ਦੀ ਸੇਵਾ ਕਰਨੀ। ਤੁਹਾਨੂੰ ਪਰਮਾਤਮਾ ਦੀ ਬੰਦਗੀ ਦਾ ਅਧਿਕਾਰ ਨਹੀਂ, ਪੂਜਾ ਦਾ ਅਧਿਕਾਰ ਨਹੀਂ, ਗਿਆਨ ਦਾ ਅਧਿਕਾਰ ਨਹੀਂ, ਨਾ ਪ੍ਰਾਪਤ ਕਰਨ ਦਾ, ਨਾ ਅੱਗੇ ਵੰਡਣ ਦਾ। ਤੇ ਉਹਨਾਂ ਨੇ ਇੱਕ ਪਾਵਨ ਬਚਨ ਵਰਤਿਆ ਸੀ, ਕਹਿਣ ਲੱਗੇ ਆਪਨ ਬਾਪੈ ਨਹੀਂ ਕਿਸੇ ਕੋ। ਪਰਮਾਤਮਾ ਕਿਸੇ ਦੇ ਪਿਓ ਦੀ ਜੱਦੀ ਮਲਕੀਅਤ ਨਹੀਂ ਵੀ ਤੁਸੀਂ ਮੈਨੂੰ ਰੋਕ ਦਿਓ। ਆਪਨ ਬਾਪੈ ਨਹੀਂ ਕਿਸੇ ਕੋ ਭਾਵਨ ਕੋਹਰ ਰਾਜਾ। ਪਰਮਾਤਮਾ ਤੁਹਾਡੀ ਜਾਤ ਨਹੀਂ ਵੇਖਦਾ, ਪਰਮਾਤਮਾ ਤੁਹਾਡੀ ਭਾਵਨਾ ਵੇਖਦਾ। ਪਰਮਾਤਮਾ ਤੁਹਾਡੀਆਂ ਕੋਠੀਆਂ ਨਹੀਂ ਵੇਖਦਾ, ਉਹ ਤੁਹਾਡੇ ਅੰਦਰ ਦੀ ਇਨਸਾਨੀਅਤ ਵੇਖਦਾ। ਤੇ ਜੇ ਤੇਰੇ ਅੰਦਰੋਂ ਇਨਸਾਨੀਅਤ ਹੀ ਮੁੱਕ ਗਈ ਤੇ ਕਿਹੜੀ ਤੇਰੀ ਉੱਚੀ ਜਾਤ ਹੈ ਤੇ ਕਿਹੜਾ ਤੇਰਾ ਗਿਆਨ ਹੈ। ਆਪੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਆ ਹੈ ਜੇ ਰਵਿਦਾਸ ਮਹਾਰਾਜ ਜੀ ਦੇ ਸੰਕਲਪ ਨੂੰ ਸਮਝਣਾ ਨਾ, ਤੇ ਸਾਨੂੰ ਇਹ ਵੇਖਣਾ ਪਏਗਾ ਵੀ ਜਿਨ੍ਹਾਂ ਦਾ ਦਿਨ ਮਨਾਉਂਦੇ ਆ ਕਿ ਮੇਰੇ ਅੰਦਰੋਂ ਛੂਆ ਛਾਤ ਖਤਮ ਹੋ ਗਿਆ, ਕਿ ਮੇਰੇ ਅੰਦਰੋਂ ਭੇਦ ਭਾਵ ਖਤਮ ਹੋ ਗਿਆ, ਕਿ ਮੇਰੇ ਵਿੱਚੋਂ ਉਹ ਜਿਹੜਾ ਇੱਕ ਬੜਾ ਵੱਡਾ ਨਾ ਬਰਾਬਰੀ ਵਾਲਾ ਉਹ ਚੀਜ਼ਾਂ ਖਤਮ ਹੋ ਗਈਆਂ। ਜੇ ਤੇ ਖਤਮ ਹੋ ਗਈਆਂ ਤੇ ਮੈਂ ਕਹਿ ਸਕਦਾ ਮੈਂ ਸੱਚੀ ਮੁੱਚੀ ਮੈਂ ਮਹਾਂਪੁਰਸ਼ਾਂ ਦੇ ਸੰਕਲਪ ਨੂੰ ਆਪਣੇ ਜੀਵਨ ਵਿੱਚ ਲੈ ਕੇ ਚੱਲਦਾ ਪਿਆ ਮੈਂ। ਤੇ ਜੇ ਦਿਨ ਮਨਾਉਣਾ ਮੈਂ ਜੀਵਨ ਵਿੱਚੋਂ ਗੱਲਾਂ ਉਹ ਨਹੀਂ ਗਈਆਂ ਤੇ ਕਹਿਣਾ ਪਏਗਾ ਨਹੀਂ ਮੈਂ ਪਖੰਡ ਕਰਦਾ ਪਿਆ ਮੈਂ। ਧਿਆਨ ਦਿਆ ਜੀ, ਰਵਿਦਾਸ ਮਹਾਰਾਜ ਜੀ ਨੇ ਸਾਨੂੰ ਬੜਾ ਕੁਝ ਸਮਝਾਇਆ, ਬੜਾ ਕੁਝ ਦੱਸਿਆ ਕਿ ਜੇ ਲੱਭਣ ਚੱਲਿਆ ਯਾਤਰਾਵਾਂ ਬੜੀ ਦੂਰ ਦੂਰ ਦੀਆਂ ਕਰਦਾ, ਕਦੀ ਆਪਣੇ ਅੰਦਰ ਦੀ ਯਾਤਰਾ ਕਰ। ਮੈਂ ਤੁਹਾਨੂੰ ਇੱਥੇ ਇੱਕ ਪ੍ਰਮਾਣ ਦੇਣਾ ਵਾ। ਮੈਨੂੰ ਨਾ ਇੱਕ ਵੀਰ ਨੇ ਪੁੱਛਿਆ, ਕਹਿੰਦਾ ਭਾਈ ਸਾਹਿਬ ਕਿੰਨੀਆਂ ਕੋਈ ਯਾਤਰਾਵਾਂ ਕੀਤੀਆਂ ਨੇ? ਤੇ ਮੈਂ ਮਨ 'ਚ ਸੋਚਿਆ, ਮੈਂ ਕਿਹਾ ਕਿਤੇ ਫੋਰਨ ਦੇ ਟੂਰ ਦੀ ਗੱਲ ਕਰਦਾ, ਤੇ ਮੈਂ ਆਪਣੇ ਵੀਜ਼ੇ ਲੱਗ ਪਿਆ ਗਨਾਉਣ। ਮੈਂ ਕਿਹਾ ਵੀ ਇੰਨੀ ਵਾਰੀ ਮੈਂ ਫਲਾਣੇ ਮੁਲਕ ਦੇ ਵਿੱਚ ਗਿਆ ਵਾਂ ਤੇ ਇੰਨੀ ਵਾਰੀ ਮੈਂ ਫਲਾਣੇ ਮੁਲਕ ਦੇ ਵਿੱਚ ਗਿਆ ਵਾਂ। ਕਹਿੰਦਾ ਨਹੀਂ ਜੀ ਯਾਤਰਾਵਾਂ। ਮੈਂ ਸੋਚਿਆ, ਮੈਂ ਕਿਹਾ ਕਿਤੇ ਜੇਲ੍ਹ ਯਾਤਰਾ ਦੀ ਗੱਲ ਕਰਦਾ। ਮੈਂ ਕਿਹਾ ਅਜੇ ਥੋੜੀ ਗਿਆ ਨਹੀਂ ਪਰ ਲੱਛਣ ਮੇਰੇ ਜਾਣ ਵਾਲੇ ਹੈ ਨੇ, ਧਿਆਨ ਦਿਆ ਜੀ। ਮੈਂ ਆਹ ਗੱਲ ਕਹਿ ਦਿੱਤੀ। ਉਹ ਕਹਿੰਦਾ ਨਹੀਂ ਯਾਤਰਾ ਦੀ ਗੱਲ ਕਰਦਾ ਵਾਂ। ਮੈਂ ਕਿਹਾ ਯਾਰ ਕਿਹੜੀ ਯਾਤਰਾ ਦੀ ਗੱਲ ਕਰਦਾ? ਕਹਿੰਦਾ ਅੰਦਰ ਦੀ ਯਾਤਰਾ ਦੀ। ਅੰਦਰ ਕਿੰਨੀ ਕੁ ਵਾਰੀ ਗਿਆ? ਇੱਕ ਚੇਤੇ ਰੱਖਣਾ, ਆਪਾਂ ਧਰਤੀ ਦੇ ਵਿੱਚ ਬੋਰ ਕਰਦੇ ਆਂ, ਖਿਆਲ ਕਰਿਆ ਜੇ ਪਾਣੀ ਧਰਤੀ ਦੇ ਵਿੱਚ ਹੈ, ਪੁੱਟਣਾ ਪੈਂਦਾ, ਆਪਾਂ ਪਾਣੀ ਤੱਕ ਪਹੁੰਚ ਜਾਂਦੇ ਆਂ। ਪਾਣੀ ਧਰਤੀ ਦੇ ਵਿੱਚ ਹੈ, ਸੰਕੇਤ ਬਾਹਰ ਨੇ। ਤੇਲ ਧਰਤੀ ਦੇ ਵਿੱਚ ਹੈ, ਇਹਦੇ ਸੰਕੇਤ ਬਾਹਰ ਨੇ। ਕੋਲਾ ਧਰਤੀ ਦੇ ਵਿੱਚ ਹੈ, ਇਹਦੇ ਸੰਕੇਤ ਬਾਹਰ ਨੇ। ਖਿਆਲ ਕਰਿਆ ਜੇ ਉਹਨਾਂ ਸੰਕੇਤਾਂ ਤੋਂ ਪਛਾਣ ਹੋ ਜਾਂਦੀ ਹੈ ਤੇ ਅਸੀਂ ਉਸ ਚੀਜ਼ ਤੱਕ ਅਪੜ ਜਾਂਦੇ ਆਂ। ਸਾਡੇ ਇੱਕ ਸੰਕੇਤ ਹੈ, ਉਹ ਸੰਕੇਤ ਤੋਂ ਆਪਣੇ ਅੰਦਰ ਇਨਸਾਨ ਨੂੰ ਕੱਢਣਾ ਹੈ। ਸਭ ਕੁਝ ਤੁਹਾਡੇ ਅੰਦਰ ਹੈ। ਇੱਕ ਵਕੀਲ ਤੁਹਾਡੇ ਅੰਦਰ ਬੈਠਾ ਹੋਇਆ, ਇੱਕ ਜੱਜ ਤੁਹਾਡੇ ਅੰਦਰ ਬੈਠਾ ਹੋਇਆ, ਇੰਜੀਨੀਅਰ ਤੁਹਾਡੇ ਅੰਦਰ ਬੈਠਾ ਹੋਇਆ, ਲੀਡਰ ਤੁਹਾਡੇ ਅੰਦਰ ਬੈਠਾ ਹੋਇਆ, ਸੰਗੀਤਕਾਰ ਤੁਹਾਡੇ ਅੰਦਰ ਬੈਠਾ ਹੋਇਆ। ਸਾਰਾ ਕੁਝ ਤੁਹਾਡੇ ਅੰਦਰ ਹੈ। ਆਪਣੇ ਅੰਦਰੋਂ ਉਹ ਚੀਜ਼ਾਂ ਕੱਢੋ, ਤੇ ਉਹ ਚੀਜ਼ਾਂ ਕੱਢਣ ਤੋਂ ਪਹਿਲਾਂ ਦਵੈਸ਼ ਕੱਢਣੀ ਪੈਣੀ ਹੈ, ਦੂਸ਼ਣ ਬਾਜ਼ੀਆਂ ਕੱਢਣੀਆਂ ਪੈਣੀਆਂ ਨੇ, ਜਿਹੜੀਆਂ ਦਿਨ ਪਰ ਦਿਨ ਇੱਕ ਦੂਜੇ ਦੇ ਉੱਪਰ ਲਗਾਤਾਰ ਹੀ ਅਸੀਂ ਲਾਈ ਤੁਰੇ ਜਾਂਦੇ ਹਾਂ। ਆਖੋ ਸਤਨਾਮ ਸ੍ਰੀ। ਇਹ ਕੱਢਣੀਆਂ ਪੈਣਗੀਆਂ ਸਾਨੂੰ। ਦੇਖੋ ਅਸੀਂ ਗੱਲਾਂ ਬੜੀਆਂ ਉੱਚ ਪੱਧਰ ਦੀਆਂ ਕਰਦੇ ਆਂ, ਪਰ ਜੇ ਉੱਚ ਪੱਧਰ ਦੀਆਂ ਗੱਲਾਂ ਕਰਦੇ ਕਰਦੇ ਅਸੀਂ ਕਹੀਏ ਵੀ ਸਾਡੇ ਕੋਲ ਅਹੁਦਾ ਬੜਾ ਉੱਚਾ, ਤੇ ਜੇ ਗੱਲ ਮੈਂ ਨੀਵੀਂ ਕਰ ਦਿੱਤੀ ਤੇ ਚੇਤੇ ਰੱਖਿਆ ਜੇ ਅਹੁਦਾ ਮੇਰਾ ਕਿਸੇ ਕੰਮ ਨਹੀਂ ਆਉਣਾ। ਉਦਾਹਰਨ ਦੇਣਾ ਮੈਂ, ਗੁਰਬਾਣੀ ਦੀ ਤੁਕ ਹੈ, ਉੱਡਦੀ ਉੱਡਦੀ ਦਹਿ ਦਿਸਾ ਜਦ ਪਰਬਤ ਬਨ ਰਾਏ ਜਿੱਥਾ ਡਿੱਠਾ ਮਿਰਤਕੋ ਇਲ ਬਹਿਠੀ ਆਏ। ਪਾਤਸ਼ਾਹ ਕਹਿੰਦੇ ਉੱਡਦੀ ਬੜੀ ਉੱਚੀ ਹੈ ਪਰ ਸੁਰਤ ਬੜੀ ਨੀਵੀਂ ਹੈ। ਪੁੱਛਿਆ ਜੀ ਕਿਵੇਂ? ਕਹਿੰਦੇ ਉੱਡਦੀ ਹੈ ਪਹਾੜਾਂ ਦੇ ਉੱਤੋਂ ਦੀ, ਸਾਗਰਾਂ ਦੇ ਉੱਤੋਂ ਦੀ, ਜੰਗਲਾਂ ਦੇ ਉੱਤੋਂ ਦੀ, ਪਰ ਕਹਿੰਦੇ ਬਹਿੰਦੀ ਆ ਕੇ ਕਿੱਥੇ ਆ? ਹਾਡੋ ਰੋੜੇ ਦੇ ਉੱਪਰ। ਚੇਤੇ ਰੱਖਿਆ ਜੇ ਸਾਨੂੰ ਇਹ ਵੀ ਖਿਆਲ ਰੱਖਣਾ ਪੈਣਾ ਵੀ ਕੱਲਾ ਮੇਰੇ ਕੋਲ ਅਹੁਦਾ ਹੋ ਜਾਣਾ ਜਾਂ ਕੋਈ ਆਪਣੀ ਜਾਤੀ ਦਾ ਪ੍ਰਾਊਡ ਕਰਕੇ ਮੈਂ ਫਲਾਣੀ ਜਾਤੀ ਦੇ ਵਿੱਚੋਂ ਆ,
जे गल नीवें पद्धर की कर दी तो कहना पएगा तेरा काम इल वाला है, उडारी उची है पर सोच बड़ी नीवी है, आके हड्डो रोड के उपर बह जाते हो। रविदास महाराज जी ने सानू दसिया, कहने लगे नहीं अपने अंदर दे इंसानियत नू उच्चा चुक, दुनिया दे विच भेदभाव खत्म कर, ते जे इन्हां सारियां चीज़ां दे विच जिउणा है ते कहने लगे फिर अजे इंसान नहीं बने, बाकी आपां चीज़ां की बनांगे। ते सानू भी बड़ा प्यारा समझाया, कहने लगे माटी को पुत्रा, बोलो माटी को, आवाज नहीं तुहाडी आउंदी पई, बोलो माटी को। आ मैनू पता नंद किशोर जी ना साडे नाल 5-7 दिन पहले भी मेरे ख्याल गल है मीटिंग की, कहने लगे मखू जी असी एक मन बनाया है भी सतगुरु रविदास धर्म समाज वालों जिहड़ा बड़ा बड़ा दिन दे दिन किते रखा जे आ दिन दे दिन असी रविदास महाराज जी का जिहड़ा प्रकाश दिहाड़ा मनाउणा है किसानी मोर्चे दे विच मनाउणा। मैं कहा जी मेरा पूरा समर्थन है, मेरा पूरा साथ है, असी तुहाडे नाल हां। कहते भी असी घट्टो घट 150 गड्डी लैके जानी है, साडे नौजवान वीर जिहड़े ने कहते एकता की गल कली जबानी नहीं, कहने लगे प्रैक्टिकल रूप दे विच करांगे, किरतियां की गल भी होवेगी, बेजमीने की गल भी होवेगी। मैनू खिमा कर दिया जे ये मोर्चा कला जमीनां वालियां दा नहीं है, खिमा कर देना ये गल अज मैनू कहनी पैनी है। जे कोई भुलेखा अपने मन दे विच रखे भी मोर्चा कला जमीनां वालियां दा नहीं, इहदे विच बेजमीनां भी आ रही है, जिहदे कोल जमीन है नहीं, जिहदे कोल मरला जमीन है नहीं, वह भी समर्थन करता पिया, कहंदा भरावां दे नाल खलोता ना, ते इह साडा चेन सिस्टम बनदा भी है। ते फिर जे असी गल किसानी की करते हैं तो मैनू माफ करिया जे गल तुहानू फिर मजदूर की भी नाल रखनी पैनी है, जे जोड़ना है तो गल रखनी पैनी है, तो जे सिर्फ उस मोर्चे नू जमीनां नाल जोड़ के देखना है फिर गल नहीं बनेगी। तो आपां कहांगे फिर ये गल किवें होवेगी, सानू क्लीयर ते कर दिओ भी किसान मजदूर एकता। मैं अपने वालों कह रहा हां, इहदे नाल कोई सहमत होवे ना होवे, इन्नी को बेनती है भी जे 33% पंचायती जमीन 33% पंचायती जमीन ये आप नहीं लागू करना, ये नियम लागू है, ये बिल पास ने, ये कोई इन्हां बिलों वांगू नहीं भी बिल रद्द करवाने ने, ये बिल पास ने। 33% पंचायती जमीन ऐसी नू रिजर्व है, ओदी बोली भी दे सकता है, ओदी वाही भी कर सकता है। तो मेरा मनना यह है भी जिस किसी ने दबी होवे या जिहड़ा कहंदा ना मेरे को इन्ने सालों की मालकी है, तो प्यार दे नाल हथ जोड़ के आपां इन्हां ते काम कर सकते हैं ना, भी मजदूर नूं भी लगे भी मेरे हाथां ते डाका नहीं, इस मोर्चे विचों मेरी भी गल हो रही है। बोलो भी सहमत हो? जे सहमत हो तो जयकारा लाओ, क्योंकि किसान मजदूर एकता है तो एकता तो तद ही बनेगी ना। हुण एक आपां कहिए गल सारी हक्कां दी कर लई ते दूजा कहता मैं बेजमीना नहीं हाँ, मेरे को खर्चा भी है नहीं, मैं तो ट्रालियां ते लमक लमक के आने वाली गल बन गई, पर मेरे हक्कां दी गल नहीं हो रही। फिर कहना पड़ेगा नहीं, इत्ते किसान की गल भी होवेगी, जमीन वाले की गल भी होवेगी, बेजमीने की गल भी होवेगी। क्योंकि गुरु नानक की जो गल करिए तो गुरु नानक के पासे 2 ऑप्शन बड़ियां प्यारियां ने, एक पासे मलक भागो है, दूजे पासे लालो है। मलक भागो जमीना का भी मालक है, पर लालो शूदर होने करके प्रॉपर्टी रखने का अधिकारी नहीं है। पर गुरु नानक उहदे घर दे विच बहिंदे ने, गुरु नानक लालो दे घर दे विच बह के बेजमीने ते किरती दे हक दे विच हा दा नारा भरदे ने। गुरु नानक नूं मनण वालिओ अज सारे भरावां नूं जोड़ के आपां भी बेजमीने दे हक दे विच भी खा दा नारा ते मार सकदे आ ना, ताकि सारे साडे भरा जिहड़े ने वो बड़ा प्राउडली होण, उन्होंने इंज ना लगे भी मैं तो इस बराते एवं चढ़िया। एकता ते एकता का बड़ा बड़ा बल है, चेते रखना। एकता एक ऐसी चीज़ है, तुहाडी एकता ही है जिहड़ी रातां दी नींद हराम करी बैठी है। ते जिद्दन साडी एकता टुट गई, जिन्हों कहा जाता साम दाम दंड, साम दे विचों भी लंघ गए, दाम दे विचों भी लंघ गए, दंड मैंटली टॉर्चर किया वह भी लंघ गए। हुण भेद नीति के तहत जिहड़ा काम हो रहा ना, मेरी बेनती है उत्थे कोई भी तेरे इहो जिहा बयान ना देवे, ना मैं दियां, ना मोर्चे की स्टेज तो कोई दबे, ना कोई बाहरले पासे खलो के दबे, जिहदे नाल साडा मोर्चा कमजोर होवे। बोलो भी सहमत हो? सहमत हो तो जयकारा के जाओ। जे स्टेज तो भी कोई इहो जी गल करे तो वह बाईकाट होना चाहिए, भावें कोई भी होवे, भावें हरप्रीत सिंह मखू होवे। बोलो भी मैं तो अपनी गल पहला रखदा वां, जे कोई बाहरों करदा पलोस के उहदे नाल भी गल होवे भी आपां मोर्चे नूं ताकत देनी है, बल देना है, आपां मोर्चा कमजोर नहीं करना। बस आ जिद्दन साडी सोच हो गई ना, मैनूं लगदा भी साडे शब्द जिहड़े ने एक तरतीब दे विचों आउणगे,
ਪਹਿਲਾਂ ਤੋਲਾਂਗੇ ਤੇ ਫਿਰ ਬੋਲਾਂਗੇ ਤੇ ਉਹਦਾ ਰਿਜ਼ਲਟ ਸਾਡਾ ਬੜਾ ਪਿਆਰਾ ਨਿਕਲੇਗਾ। ਹੁਣ ਤੱਕ ਦਾ ਦੁਨੀਆ ਦਾ, ਮੈਨੂੰ ਇੱਕ ਵੀਰ ਦਾ ਫੋਨ ਆਇਆ, ਮੈਨੂੰ ਕਹਿੰਦਾ ਭਾਜੀ ਅਸੀਂ ਨਾ ਫਲਾਨੀ ਕੰਟਰੀ ਤੋਂ ਬੋਲ ਰਹੇ ਹਾਂ ਤੇ ਅਸੀਂ ਬਹੁਤ ਵੱਡਾ ਪ੍ਰੋਟੈਸਟ ਕੀਤਾ, ਤੇ ਕਹਿੰਦਾ ਮੈਂ ਆਪਣੇ ਬਾਪੂ ਨੂੰ ਪੁੱਛਿਆ ਵੀ ਇਦੋਂ ਵੱਡਾ ਕਦੀ ਪ੍ਰੋਟੈਸਟ ਹੋਇਆ? ਕਹਿੰਦਾ 84 ਵੇਲੇ ਏਡੇ ਵੱਡੇ ਪ੍ਰੋਟੈਸਟ ਹੋਏ ਸਨ। 84 ਤੋਂ ਬਾਅਦ, ਧਿਆਨ ਦੇ ਕੇ ਫਿਰ ਸੁਣ ਲਿਆ ਜੀ, 84 ਤੋਂ ਬਾਅਦ ਕਹਿੰਦਾ ਹੁਣ ਕਿਸਾਨੀ ਮੋਰਚੇ ਦੇ ਵੇਲੇ ਏਡੇ ਵੱਡੇ ਵੱਡੇ ਪ੍ਰੋਟੈਸਟ ਹੋਏ ਨੇ, ਪੂਰੀ ਲਾਈਫ ਦੇ ਵਿੱਚ ਕਹਿੰਦਾ ਮੈਂ ਏਡਾ ਵੱਡਾ ਕੋਈ ਪ੍ਰੋਟੈਸਟ ਹੀ ਨਹੀਂ ਵੇਖਿਆ। ਕਿੰਨੀ ਵੱਡੀ ਗੱਲ ਹੈ, ਇਹ ਸਾਡੀਆਂ ਪ੍ਰਾਪਤੀਆਂ ਨੇ। ਤੁਸੀਂ ਪੂਰੀ ਦੁਨੀਆ ਨੂੰ ਦੱਸਣ ਦੇ ਵਿੱਚ ਕਾਮਯਾਬ ਹੋ ਗਏ, ਪੂਰੇ ਵਰਲਡ ਨੂੰ ਦੱਸਣ ਦੇ ਵਿੱਚ ਕਾਮਯਾਬ ਹੋ ਗਏ ਵੀ ਸਾਡੇ ਕਿਸਾਨਾਂ ਨਾਲ ਧੱਕਾ ਹੋ ਰਿਹਾ ਹੈ। ਕਿਤੇ ਰੱਖਿਆ ਜੇ ਇਹ ਆਪਣੀਆਂ ਪ੍ਰਾਪਤੀਆਂ ਦੇ ਵਿੱਚ ਆਪਾਂ ਗਿਣਾਂਗੇ। ਪੂਰੇ ਵਰਲਡ ਨੂੰ ਅਸੀਂ ਦੱਸ ਦਿੱਤਾ ਵੀ ਭਾਈ ਆ ਇੰਟਰਨੈਸ਼ਨਲ ਮੀਡੀਆ ਨੇ ਸਾਡੀ ਕਵਰੇਜ ਕੀਤੀ, ਟੈਲੀਵਿਜ਼ਨ ਦੇ ਉੱਪਰ ਦਿਖਾਇਆ, ਇਹ ਸਾਡੀਆਂ ਕਾਮਯਾਬੀਆਂ ਨੇ। ਪਰ ਖਿਆਲ ਕਰਿਆ ਜੇ ਇੱਕ ਬੜਾ ਵੱਡਾ ਸਾਨੂੰ ਭੁਲੇਖਾ ਵੀ ਸ਼ਾਇਦ ਸਾਨੂੰ ਕੋਈ ਨਹੀਂ ਵੇਖਦਾ ਪਿਆ। ਮੇਰੀਆਂ 2 ਅੱਖਾਂ ਵੇਖਦੀਆਂ ਨੇ, ਲੋਕਾਂ ਦੀਆਂ ਹਜ਼ਾਰਾਂ ਵਹਿੰਦੀਆਂ ਪਈਆਂ ਨੇ, ਤੇ ਇੰਟੈਲੀਜੈਂਸੀ ਦੇ ਕੋਲ ਸਾਡੀਆਂ ਰਿਪੋਰਟਾਂ ਵੀ ਜਾਂਦੀਆਂ ਹੋਣਗੀਆਂ ਵੀ ਕੌਣ ਕੌਣ ਕੀ ਕਰਦਾ ਪਿਆ ਤੇ ਮੋਰਚਾ ਕਿੱਥੇ ਕਿਤੇ ਹੈ। ਬੇਨਤੀ ਹੈ ਰਲ ਮਿਲ ਕੇ ਮੋਰਚਾ ਸਾਂਭੀਏ, ਨਾ ਸਟੇਜ ਤੋਂ ਕੋਈ ਇਹੋ ਜਿਹੀ ਗੱਲ ਹੋਵੇ, ਨਾ ਬਾਹਰੋਂ ਕੋਈ ਇਹੋ ਜਿਹੀ ਗੱਲ ਹੋਵੇ। ਤੇ ਮੈਂ ਇਹਨਾਂ ਨੂੰ ਦਾਅਵਾ ਕਰਦਾ ਵਾਂ ਆਪਣੇ ਵੱਲੋਂ ਵੀ ਮੈਂ ਆਪਣੀ ਗਾਰੰਟੀ ਲੈਣਾ ਵਾਂ ਵੀ ਕੋਈ ਇਹੋ ਜਿਹਾ ਬਿਆਨ ਨਾ ਦਿਆਂਗੇ ਜਿਹਦੇ ਨਾਲ ਮੋਰਚਾ ਕਮਜ਼ੋਰ ਹੋਵੇ, ਇਹੋ ਜਿਹਾ ਬਿਆਨ ਦਿਆਂਗੇ ਜਿਹਦੇ ਨਾਲ ਮੋਰਚੇ ਨੂੰ ਬਲ ਮਿਲੇ। ਸਹਿਮਤ ਹੋ? ਇੱਕ ਜਕਾਰਾ ਕੇ ਜਾਓ, ਸਮਾਪਤੀ ਕਰੀਏ। ਸਾਡੇ ਸਾਰੇ ਵੀਰ ਜਿਹੜੇ ਨੇ ਨਾ ਬੜਾ ਉਦਮ ਕਰਕੇ ਆਏ ਨੇ। ਔਰ ਇੱਕ ਹੋਰ ਮੈਂ ਗੱਲ ਦੱਸ ਦਿਆਂ, ਜਿਵੇਂ ਇੱਕ ਤੇ ਜ਼ਮੀਨ ਦਾ ਮਾਲਕ ਹੈ, ਧਿਆਨ ਦਿਆ ਜੀ, ਉਹਦੇ ਕੋਲੇ ਬੜੇ ਸਾਧਨ ਨੇ, ਆੜਤੀਏ ਕੋਲੋਂ ਕੁਝ ਆ ਗਿਆ, ਕੋਈ ਠੇਕਾ ਹਿੱਸਾ ਆ ਗਿਆ, ਕੁਝ ਫਸਲਾਂ ਵਿਕ ਗਈਆਂ। ਪਰ ਇਹ ਜਿਹੜੇ ਸਾਡੇ ਭਰਾ ਆਏ ਨੇ, ਮੈਂ ਮੰਨਦਾ ਮੈਂ ਇਹਨਾਂ ਦੇ ਵਿੱਚੋਂ ਜੌਬ ਵਾਲੇ ਵੀ ਬੜੇ ਨੇ, ਪਰ ਖਿਆਲ ਕਰਿਆ ਜੇ ਸਾਡੇ ਨਾਲ ਉਹ ਵੀ ਵੀਰ ਆਏ ਨੇ ਜਿਹੜੇ ਦਿਹਾੜੀ ਭੰਨ ਕੇ ਆਏ ਨੇ। ਧਿਆਨ ਦਿਆ ਜੀ, ਦਿਹਾੜੀ ਭੰਨ ਕੇ, ਦਿਹਾੜੀ ਤੋੜ ਕੇ ਆਏ ਨੇ। ਤੇ ਸਾਰਿਆਂ ਵੀਰਾਂ ਨੂੰ ਇੱਕ ਐਸੀ ਗਲਵਕੜੀ ਦੇ ਵਿੱਚ ਆਪਾਂ ਲੈ ਲਈਏ। ਤੇ ਮੈਂ ਆਨੰਦ ਕਿਸ਼ੋਰ ਦੀ ਬੇਨਤੀ ਕਰਾਂਗਾ ਵੀ ਕੱਲਾ ਇਹ ਨਹੀਂ ਵੀ ਸਤਿਗੁਰੂ ਰਵਿਦਾਸ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਸੀ ਤੇ ਆਪਾਂ ਆਏ ਆ, ਇਹ ਕਿਰਪਾ ਕਰਿਆ ਜੇ ਆਉਂਦੇ ਜਾਂਦੇ ਰਿਹਾ ਜੀ। ਇਹ ਆਪਣਾ ਸਾਰਿਆਂ ਦਾ ਮੋਰਚਾ, ਰਲ ਮਿਲ ਕੇ ਮੋਰਚਾ, ਆਪਾਂ ਆਉਂਦੇ ਜਾਂਦੇ ਰਹਿਣਾ, ਸਮਰਥਨ ਕਰਦੇ ਰਹਿਣਾ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਬਹੁਤ ਬਹੁਤ ਸਾਰੀ ਸੰਗਤ ਦਾ ਧੰਨਵਾਦ ਜਿਨ੍ਹਾਂ ਨੇ ਇਕਾਗਰਤਾ ਪ੍ਰਦਾਨ ਕੀਤੀ ਹੈ। ਧੰਨਵਾਦੀਆਂ ਸਟੇਜ ਤੇ ਬੈਠੇ ਸਾਰੇ ਜ਼ਿੰਮੇਵਾਰ ਸੱਜਣਾਂ ਦਾ। ਧੰਨਵਾਦੀਆਂ ਐਡਵੋਕੇਟ ਹਰਪ੍ਰੀਤ ਸਿੰਘ ਜਮਾਲਪੁਰ, ਅਕਾਲ ਚੈਨਲ ਔਰ ਨੰਦ ਕਿਸ਼ੋਰ ਵੀਰ ਜੀ ਹੋਰਾਂ ਦਾ, ਸਭਨਾਂ ਦਾ ਧੰਨਵਾਦ ਕਰਦਾ ਹੋਇਆ ਖਿਮਾ ਦਾ ਜੱਜ ਭੁੰਨਾਵਾਂ। ਗੱਜ ਕੇ ਬੁਲਾਇਆ ਜੇ ਫਤਿਹ ਕੋ ਰਸਨਾ ਬਾਂਝੀ ਨਾ ਰਵੇ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਵੀਰ ਹਰਪ੍ਰੀਤ ਸਿੰਘ ਮੱਖੂ ਜੀ। ਤੇ ਹੁਣ ਕੁਝ ਵੀਰ ਜਿਨ੍ਹਾਂ ਨੇ ਕਿਸਾਨ ਸੰਯੁਕਤ ਕਿਸਾਨ ਮੋਰਚੇ ਨੂੰ ਮਾਇਕ ਸਹਾਇਤਾ ਦਿੱਤੀ ਆ, ਉਹਨਾਂ ਦੇ ਨਾਮ ਅਨਾਉਂਸ ਕਰਨ ਲੱਗਿਆ। ਗੁਰਪਾਲ ਸਿੰਘ ਜੀ, ਪਿੰਡ ਮਲਸੀਆਂ, ਜ਼ਿਲ੍ਹਾ ਜਲੰਧਰ ਤੋਂ। ਹਾਂਜੀ, ਜੈ ਗੁਰਦੇਵ ਜੀ। ਜਿਨ੍ਹਾਂ ਨੇ ਭੈਣਾਂ ਭਰਾਵਾਂ ਨੇ ਵੀਡੀਓ ਦੇਖੀ ਆ, ਉਹਦੇ ਤੇ ਆ ਕੇ ਤੁਸੀਂ ਭੈਣ ਭਰਾ ਜਿਨ੍ਹਾਂ ਨੂੰ ਵੀ ਵੀਡੀਓ, ਜਿੰਨਿਆਂ ਘਰਾਂ 'ਚ ਵੀ ਬੈਠ ਕੇ ਦੇਖੀ ਆ, ਤਾਂ ਤੁਹਾਨੂੰ ਕਿੱਦਾਂ ਲੱਗੀ ਵੀਡੀਓ, ਇਹਦੇ ਤੇ ਆ ਕੇ ਤੁਸੀਂ ਜ਼ਰੂਰ ਗੱਲਬਾਤ ਕਰਨੀ ਆ ਵੀ ਆਪਾਂ ਵੀਡੀਓ ਕਿਸ ਤਰ੍ਹਾਂ ਦੀ ਤੁਹਾਨੂੰ ਲੱਗੀ ਆ, ਹੈ ਨਾ ਜੀ। ਹਾਂਜੀ, ਕੀ ਗੱਲਬਾਤ ਇਹਦੇ ਵਿੱਚ ਹੋਈ ਹੈਗੀ ਆ ਜੀ। ਔਰ ਉਹਨਾਂ ਨੇ ਇਹ ਗੱਲਬਾਤ ਵੀ ਕੀਤੀ ਹੈਗੀ ਆ ਵੀ ਜਿੱਦਾਂ ਬਹੁਤ ਸਾਰੀਆਂ ਗੱਲਾਂ ਇਹਦੇ ਵਿੱਚ ਕੀਤੀਆਂ ਹੈਗੀਆਂ, ਪਰ ਕੁਝ ਪੁਆਇੰਟ ਹੈਗੇ ਆ ਜਿਹੜੇ ਅਸੀਂ ਕਰਨੇ ਚਾਹੁੰਦੇ ਆ। ਹਾਂਜੀ, ਤੇ ਤੁਸੀਂ ਗੱਲ ਕਰ ਸਕਦੇ ਆ। ਬਹੁਤ ਸਾਰੇ ਤਾਂ ਧਾਰਮਿਕ ਪੁਆਇੰਟ ਹੈਗੇ ਆ ਜੀ, ਉਹਨਾਂ ਤੇ ਤਾਂ ਧਾਰਮਿਕ ਸਾਡੇ ਭੈਣ ਭਰਾ ਆਉਂਦੇ ਤਾਂ ਉਹਨਾਂ ਤੇ ਗੱਲਾਂ ਕਰਦੇ ਰਹਿੰਦੇ ਆ ਜੀ, ਵੀ ਅਸੀਂ ਗੁਰੂ ਜੀ ਕਹਿੰਦੇ ਆ, ਕੁਝ ਹੋਰ ਤਰ੍ਹਾਂ ਕਹੀ ਜਾਂਦੇ, ਉਹ ਮਸਲਾ ਵੱਖਰਾ ਆ। ਪਰ ਅਸੀਂ ਇਹ ਗੱਲ ਕਰਨੀ ਵੀ ਇਹ ਏਡਾ ਵੱਡਾ ਜਿਹੜਾ ਇਹ ਪ੍ਰੋਗਰਾਮ ਹੋਇਆ, ਇਹ ਕਿਸਾਨ ਮੋਰਚਾ ਜਿਹੜਾ ਦਿੱਲੀ ਆ ਜੀ, ਉਹਦੇ ਵਿੱਚ ਹੀ ਹੋਇਆ ਹੈਗਾ। ਤੇ ਬੜੀ ਖੁਸ਼ੀ ਦੀ ਗੱਲ ਆ ਵੀ ਏਡੇ ਵੱਡੇ ਪਲੇਟਫਾਰਮ ਦੇ ਉੱਤੇ ਹੋਇਆ ਹੈਗਾ। ਔਰ ਇੰਨੇ ਉੱਥੇ ਪਬਲਿਕ ਜਿਹੜੀ ਆ, ਕਿੰਨੇ ਦੇਖ ਲਓ 2-3 ਮਹੀਨਿਆਂ ਤੋਂ ਬੈਠੇ ਆ ਵਿਚਾਰੇ ਉੱਥੇ, ਹੈ ਨਾ ਵੀ ਆਪਣਾ ਉਹ ਹੱਕਾਂ ਲਈ ਗੱਲਬਾਤ ਹੋ ਰਹੀ ਹੈਗੀ ਆ। ਔਰ ਉਹਦੇ ਵਿੱਚ ਜਿਹੜੀ ਉਹਨਾਂ ਨੇ ਗੱਲਬਾਤ ਕੀਤੀ ਹੈ ਵੀ ਇੱਥੇ ਬਹੁਤ ਸਾਰੇ ਜਿਹੜੇ ਨਾ ਮਜ਼ਦੂਰ ਲੋਕ ਵੀ ਹੈਗੇ ਜੀ। ਉਹ ਜਿਹੜੇ ਮਜ਼ਦੂਰ ਲੋਕ ਆ ਉਹ ਬੇਜ਼ਮੀਨੇ ਲੋਕ ਆ ਜੀ, ਜਿਨ੍ਹਾਂ ਦਾ ਨਾਮ ਵੀ ਨਹੀਂ ਲਿਆ ਜਾਂਦਾ, ਜਿਨ੍ਹਾਂ ਦੇ ਕੋਲ ਕੁਝ ਨਹੀਂ ਹੈ ਜੀ, ਪਰ ਉਹ ਬੈਠੇ ਆ, ਉਹਨਾਂ ਦਾ ਇਨਕਮ ਸੋਰਸ ਕੋਈ ਨਹੀਂ ਪਿੱਛੇ ਹੈਗਾ ਜੀ।
ਜੇ ਜਿਹਦੇ ਕੋਲ ਜ਼ਮੀਨ ਜਾਇਦਾਦ ਆ ਉਹਦਾ ਇਨਕਮ ਸੋਰਸ ਹੈਗਾ ਪਿੱਛੇ ਉਹਦੇ ਤਾਂ 5-10 ਖੇਤ ਆ ਤਾਂ ਉਹ ਜ਼ਮੀਨ 'ਚੋਂ ਫਿਰ 5-4 ਮਹੀਨੇ ਫਿਰ ਫਸਲ ਆ ਜਾਣੀ ਤਾਂ ਕਮਾਈ ਬਥੇਰੀ ਆ ਜਾਣੀ। ਜੀ ਜੀ। ਪਰ ਜਿਹੜੇ ਬੈਠੇ ਆ ਉਹਨਾਂ ਕੋਲ ਕੋਈ ਇੰਤਜ਼ਾਮ ਨਹੀਂ ਹੈਗਾ, ਉਹਨਾਂ ਕੋਲ ਜ਼ਮੀਨ ਵੀ ਨਹੀਂ ਹੈਗੀ, ਉਹਨਾਂ ਨਾਲ ਕਦੀ ਜ਼ਮੀਨ ਦੀ ਗੱਲ ਵੀ ਨਹੀਂ ਹੋ ਰਹੀ ਵੀ ਤੁਹਾਡੇ ਕੋਲ ਵੀ ਜ਼ਮੀਨ ਚਾਹੀਦੀ ਆ ਵੀ ਜੇ ਆਪਾਂ ਬਰਾਬਰ ਹੈ ਤਾਂ ਸਾਰਿਆਂ ਕੋਲੇ ਸਾਰਾ ਕੁਝ ਚਾਹੀਦਾ ਹੈਗਾ। ਕਿਉਂਕਿ ਗੁਰੂ ਨਾਨਕ ਉਹਨਾਂ ਨੇ ਕਿਹਾ ਵੀ ਗੁਰੂ ਨਾਨਕ ਸਾਹਿਬ ਨੇ ਗੁਰੂ ਰਵਿਦਾਸ ਜੀ ਨੇ ਇੱਕੋ ਗੱਲਬਾਤ ਕੀਤੀ ਹੈਗੀ ਆ ਵੀ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ। ਉਸੇ ਗੱਲ ਨੂੰ ਗੁਰੂ ਨਾਨਕ ਸਾਹਿਬ ਨੇ ਕੋਟ ਕੀਤਾ ਹੋਵੇ ਵੰਡ ਕੇ ਛਕਿਓ ਤੁਸੀਂ। ਹੁਣ ਇਹ ਵੰਡ ਕੇ ਛਕਣ ਦੀ ਜਿਹੜੀ ਗੱਲ ਹੈ ਇੱਦਾਂ ਨਹੀਂ ਹੈਗਾ ਵੀ ਕੜਾਹੀ ਵੰਡ ਕੇ ਛਕਿਓ ਹੈ ਨਾ, ਹੋਰ ਵੀ ਬਹੁਤ ਕੁਝ ਵੰਡਣ ਵਾਲੀ ਗੱਲ ਹੈਗੀ ਜੇ ਇਹਨਾਂ ਬਰਾਬਰਤਾ ਹੋਵੇ। ਜੇ ਇਹ ਬਰਾਬਰਤਾ ਨਹੀਂ ਹੈ ਤਾਂ ਅਸੀਂ ਇਹ ਗੱਲ ਕਹਿੰਦੇ ਵੀ ਉਹ ਕਿਉਂ ਨਹੀਂ ਸਾਡੇ ਨਾਲ ਹੈਗੇ ਵੀ ਉਹਨਾਂ ਦੀ ਤਾਂ ਰੋਟੀ ਨਹੀਂ ਤੁਰ ਰਹੀ, ਉਹ ਕਿੱਦਾਂ ਨਾਲ ਬਹਿ ਸਕਦਾ? ਇੱਕ ਬੰਦਾ ਰੱਜਿਆ ਬੈਠਾ, ਇੱਕ ਬੰਦਾ ਭੁੱਖਾ ਬੈਠਾ, ਇੱਕ ਦੇ ਪਿੱਛੇ ਕੰਮ ਕਰਦੇ, ਇੱਕ ਨੇ ਕਰਕੇ ਲਿਆ ਕੇ ਬੱਚਿਆਂ ਨੂੰ ਰੋਟੀ। ਹਾਂ, ਉਹ ਜਿਹੜੀ ਕਹਾਣੀ ਵੰਡਿਆ ਉਹ ਫਿਰ ਦੂਰ ਕੀਤੀ ਜਾਣੀ ਚਾਹੀਦੀ ਆ। ਉਹ ਵੀਡੀਓ ਦੇ ਵਿੱਚ ਚੰਗੀ ਤਰ੍ਹਾਂ ਉਹਨਾਂ ਨੇ ਦੱਸਿਆ। ਔਰ ਤੁਹਾਨੂੰ ਇਹਦੇ ਵਿੱਚੋਂ ਕਿੱਦਾਂ ਲੱਗੀ? ਦੂਜੀ ਗੱਲ ਹੈਗੀ ਆ ਵੀ ਮਸਲਾ ਉਹਨੇ ਇਹ ਦੱਸਿਆ ਵੀ ਅਸੀਂ ਜਿਹੜਾ ਬੇਗਮਪੁਰਾ ਨਾ ਉੱਪਰ ਭਾਲਦੇ ਆ, ਇੱਥੇ ਵਸਾਉਣਾ ਉੱਪਰ ਜਿਹੜਾ ਟੈਕਸ ਨਹੀਂ ਲੱਗਦਾ ਜਾ ਕੇ, ਜਾਂ ਕੋਈ 100 ਗੱਲਾਂ ਹੈਗੀਆਂ ਇਦਾਂ ਦੀ ਗੱਲਾਂ ਸੁਣਦੇ ਰਹਿੰਦੇ ਆਵੇਂ ਜਿਹੜਾ ਅਸੀਂ ਜੇ ਹੁਣ ਆਪਾਂ ਜਾਂਦੇ ਕੋਲ ਵੱਲ ਪਹਿਲਾਂ ਇਹ ਜਿਹੜਾ ਮਸਲਾ ਆ ਉਹ ਇੱਥੇ ਦੀ ਜਿਹੜੀ ਨਰਕ ਭਰੀ ਜ਼ਿੰਦਗੀ ਇਹਦੇ ਵਿੱਚੋਂ ਕੱਢਣ ਦੀ ਗੱਲ ਕੀਤੀ ਹੈ ਗੁਰੂ ਸਾਹਿਬਾਂ ਨੇ। ਜੇ ਆਪਾਂ ਹੁਣ ਜਾਂਦੇ ਤੇ ਅਸੀਂ ਉੱਪਰਲੀਆਂ ਸੋਚਦੇ ਆ ਤੇ ਹੁਣ ਲੈਂਦੇ ਕੋਲ ਤੁਹਾਡੀ। ਹਾਂਜੀ ਹੈਲੋ ਜੀ। ਹੈਲੋ ਰਾਣੀ ਭੈਣ ਜੀ, ਜੈ ਗੁਰਦੇਵ। ਧੰਨ ਗੁਰਦੇਵ, ਧੰਨ ਗੁਰਦੇਵ। ਗਗਨ ਜੀ ਸਵਾਗਤ ਹੈ ਤੁਹਾਡਾ। ਗਗਨ ਜੀ ਗਗਨਦੀਪ ਲੱਗਦੇ ਮੈਨੂੰ। ਹਾਂਜੀ ਠੀਕ ਆ ਮਹਾਰਾਜ ਜੀ, ਠੀਕ ਆ ਬਾ। ਹਾਂਜੀ ਇਹ ਗੱਲ ਹੁਣ ਕਰਨ ਦੀ ਜ਼ਰੂਰਤ ਬਹੁਤ ਜ਼ਿਆਦਾ ਸੀਗੀ। ਹਾਂਜੀ ਪਹਿਲੀ ਗੱਲ ਤਾਂ ਆਪਾਂ ਇੱਥੋਂ ਸ਼ੁਰੂ ਕਰੀਏ। ਮੈਂ ਜਿਹੜਾ ਪਹਿਲਾਂ ਵੀ ਇੱਕ ਦਿਨ ਕਿਹਾ ਸੀਗਾ ਜੀ ਇਹ ਕਿਸਾਨ ਮੋਰਚਾ ਇਕੱਲਾ ਨਹੀਂ ਹੋਣਾ ਹੈਗਾ, ਇਹਨੇ ਬਹੁਤ ਸਾਰੀਆਂ ਜਿਹੜੀਆਂ ਨਾ ਸਾਡੀਆਂ ਸਮੱਸਿਆਵਾਂ ਸੀ ਉਹਨਾਂ ਦਾ ਹੱਲ ਕਰਨਾ ਹੈ ਜੀ। ਇਹ ਮੋਰਚਾ ਇਕੱਲਾ ਕਿਸਾਨੀ ਦਾ ਨਹੀਂ, ਸਮਾਜਿਕ ਮੋਰਚਾ ਵੀ ਹੈਗਾ, ਇਹ ਧਾਰਮਿਕ ਮੋਰਚਾ ਬਣ ਗਿਆ, ਸਾਰਾ ਕੁਝ ਬਣ ਗਿਆ ਇਹ ਜੀ। ਇਹ ਇੱਕ ਡੈਮੋਕ੍ਰੈਟਿਕ ਸਿਸਟਮ ਨੂੰ ਵਧੀਆ ਬਣਾਉਣ ਦੇ ਲਈ ਇੱਕ ਕਾਰਗਰ ਸਿੱਧ ਹੋਣਾ। ਦੇਖਿਓ ਬਹੁਤ ਕੁਝ ਨਿਕਲਣਾ ਇਹਦੇ ਵਿੱਚੋਂ। ਜਿਹੜੀ ਗੱਲ ਅੱਜ ਕੀਤੀ ਹੈ ਨਾ, ਜਿਹੜੀ ਹੁਣ ਸੁਣੀ ਗੱਲ, ਹਾਂਜੀ ਇਹਦੇ ਵਿੱਚ ਗਲਤੀਆਂ ਦੋਨਾਂ ਪਾਸਿਆਂ ਦੀਆਂ ਹੈਗੀਆਂ। ਇਹ ਗੱਲ ਮੈਂ ਪ੍ਰੋਪਰਲੀ ਮੰਨਦਾ ਇਸ ਗੱਲ, ਆਪਣੀ ਸਮਝ ਦੇ ਹਿਸਾਬ ਨਾਲ ਮੰਨਦਾ ਕਿ ਦੋਨਾਂ ਪਾਸੇ ਤੋਂ ਗਲਤੀਆਂ ਹੋਈਆਂ ਜੀ। ਗਲਤੀਆਂ ਇਹ ਸੀਗੀਆਂ ਕਿ ਆਕੜ ਇੱਕ ਪਾਸੇ ਆਕੜ ਬਹੁਤ ਜ਼ਿਆਦਾ ਸੀਗੀ ਸਾਡੇ ਵਿੱਚ ਨਾ। ਜਿਹੜੀ ਗੱਲ ਸਾਨੂੰ ਸਮਝਾਈ ਗਈ ਗੁਰੂ ਪਾਤਸ਼ਾਹਾਂ ਦੁਆਰਾ ਉਹਨੂੰ ਕੋਈ ਵੀ ਨਹੀਂ ਮੰਨਦਾ। ਮੈਂ ਸੱਚੀ ਗੱਲ ਇਹ ਕਰਦਾ, ਉਹਦੇ ਵਿੱਚ ਕੋਈ ਸ਼ੱਕ ਨਹੀਂ ਮੈਨੂੰ, ਜਿਹੜਾ ਮਰਜ਼ੀ ਇਸ ਗੱਲ ਤੇ ਗੱਲ ਕਰ ਲਵੇ। ਅਸੀਂ ਕੋਈ ਵੀ ਗੁਰੂ ਦੀ ਬਾਣੀ ਨੂੰ ਮੰਨਣ ਦੇ ਅਸਰ ਪੁੱਜਣ ਤੇ ਲੱਗ ਗਏ, ਪੁੱਜਣ ਲੱਗ ਗਏ ਸਾਰੇ ਹੀ। ਸੱਚੀ ਗੱਲ ਦੇਖੋ, ਬੇਸਿਕ ਗੱਲ ਇਹ ਸੀਗੀ ਬਈ ਗੁਰੂ ਮਹਾਰਾਜ ਨੇ, ਚਾਹੇ ਗੁਰੂ ਨਾਨਕ ਦੇਵ ਮਹਾਰਾਜ ਹੋਣ, ਚਾਹੇ ਗੁਰੂ ਰਵਿਦਾਸ ਜੀ ਮਹਾਰਾਜ ਹੋਣ, ਉਹਨੀ ਪੂਜਾ ਨੂੰ ਖੰਡਨ ਕੀਤਾ ਜੀ। ਉਹਨੀ ਪੂਜਾ ਦਾ ਖੰਡਨ ਕੀਤਾ, ਪ੍ਰੋਪਰ ਖੰਡਵਾਦ ਦਾ ਖੰਡਨ ਕੀਤਾ। ਅੱਜ ਅਸੀਂ ਵੀ ਉਹੀ ਕੰਮ ਕਰਦੇ, ਅਸੀਂ ਡਿਫਰੈਂਟ ਤਾਂ ਕੋਈ ਕਰਦੇ ਹੀ ਨਹੀਂ। ਇੱਕ ਮੈਂ ਛੋਟੀ ਜਿਹੀ ਉਦਾਹਰਨ ਦਵਾਂ। ਇੱਕ ਮਹਾਰਾਜ ਦੀ ਆਰਤੀ ਦਾ ਸ਼ਬਦ ਜਿਹੜਾ ਆਰਤੀ ਆ ਨਾ, ਉਹਦੇ ਵਿੱਚ ਇਹ ਜਿਹੜੀ ਆਰਤੀ ਦਾ ਮਤਲਬ ਸਮਝਣ ਦੀ ਲੋੜ ਆ ਸਾਨੂੰ। ਛੋਟੀ ਰੱਖਿਓ ਗੱਲ ਗਗਨ ਸਾਹਿਬ, ਫਿਰ ਆਪਾਂ ਹੋਰ ਕਾਲ ਵੀ ਲੈਣੀ ਜੀ। ਮੈਂ ਅੱਜ ਨਹੀਂ ਛੋਟੀ ਰੱਖਣੀ, ਅੱਜ ਮੇਰੇ ਮਤਲਬ ਦਾ ਵਿਸ਼ਾ ਅੱਜ ਜੀ। ਬਲਵੀਰ ਸਾਹਿਬ ਗੱਲ ਸੁਣੋ ਇੱਕ ਮਿੰਟ ਜੀ, ਸਮਝਣ ਵਾਲੀ ਗੱਲ ਬਸ ਥੋੜੀ ਜਿਹੀ ਜੀ। ਆਰਤੀ ਜਦੋਂ ਆਪਾਂ ਪੜ੍ਹਦੇ ਆ ਨਾ ਗੁਰਦੁਆਰਿਆਂ ਵਿੱਚ ਜਾਂ ਮੰਦਿਰਾਂ ਵਿੱਚ, ਉਹਨਾਂ ਟਾਈਮ ਅਸੀਂ ਸਮਝਦੇ ਨਹੀਂ ਜਾਂ ਸੁਣਦੇ ਨਹੀਂ ਆਰਤੀ ਨੂੰ। ਜਿੰਨਾ ਟਾਈਮ ਅਸੀਂ ਆਰਤੀ ਦਾ ਦੀਵਾ ਬਣਾਉਣ ਨੂੰ ਲਾ ਦਿੰਦੇ ਆ। ਆਰਤੀ ਦਾ ਦੀਵਾ ਬਣਾਉਣ ਨੂੰ 2 ਘੰਟੇ ਅਸੀਂ ਲਾ ਦਿੰਦੇ ਆ। ਉਹੀ ਟਾਈਮ ਜੇ ਸਮਝਣ ਨੂੰ ਲਾਈਏ ਤਾਂ ਮੇਰੇ ਖਿਆਲ ਜ਼ਿਆਦਾ ਵਧੀਆ ਹੋਊਗਾ ਗੱਲ ਜੀ। ਔਰ ਸਾਰਿਆਂ ਨੂੰ ਹੁਣ ਰਿਕੁਐਸਟ ਆ ਜਿਹੜੇ ਸੁਣਨ ਵਾਲੇ ਵੀ ਆ ਕਿ ਗੁਰੂ ਦੀ ਗੱਲ ਨੂੰ ਸਮਝਣ ਦੀ ਟਰਾਈ ਕਰੋ। ਰੱਬ ਸਮਝਣ ਦਾ ਵਿਸ਼ਾ ਆ, ਪੁੱਜਣ ਦਾ ਵਿਸ਼ਾ ਨਹੀਂ ਹੈਗਾ ਜੀ। ਜਿਹੜੀ ਵੀਡੀਓ 'ਚ ਗੱਲ ਦਿਖਾਈ ਗਈ ਅੱਜ, ਉਹ ਇਸ ਗੱਲ ਨੂੰ ਸੰਕੇਤ ਕਰਦੀ ਹੁਣ ਵੀ ਜੋ ਤੁਸੀਂ ਸਮਝੋਗੇ ਤਾਂ ਤੁਸੀਂ ਰੱਬ ਨੂੰ ਪਾ ਲਓਗੇ, ਜੇ ਨਹੀਂ ਸਮਝੋਗੇ ਤਾਂ ਫਿਰ ਤੁਸੀਂ ਘੁੰਮੀ ਜਾਓਗੇ ਦਸਾਈਆਂ ਵਾਂਗੂ ਜੀ। ਜਿੱਦਾਂ ਮੈਂ ਅੱਜ ਤੱਕ ਘੁੰਮਦਾ ਸੀ, ਤੁਸੀਂ ਵੀ ਸਾਰੇ ਦੇ ਘੁੰਮੀ ਜਾਓਗੇ, ਕੋਈ ਗੱਲ ਨਹੀਂ ਹੈਗੀ। ਸੋ ਸਮਝਣ ਦੀ ਲੋੜ ਹੈਗੀ। ਜਿਹੜੀ ਮਹਾਰਾਜ ਨੇ ਗੱਲ ਕਹੀ ਨਾ, ਵਿਦਿਆ ਹਿਤ ਕੀਨ ਵਿਵੇਕ ਦੀਪ ਮਲੀਨ ਜੀ, ਜਾਂ ਬਾਬਾ ਸਾਹਿਬ ਨੇ ਕਿਹਾ ਕਿ ਪੜ੍ਹੋ ਲਿਖੋ ਸੰਘਰਸ਼ ਕਰੋ, ਉਹ ਟਾਈਮ ਹੁਣ ਆ ਗਿਆ ਕਿ ਉਹਨੂੰ ਸਮਝ ਕੇ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਿੱਧੇ ਰਸਤੇ ਪਾਈਏ ਜੀ। ਅਸੀਂ ਆਪਣੀਆਂ ਜਿਹੜੀਆਂ ਨਾਕਾਮੀਆਂ ਜਾਂ ਜਿਹੜੀਆਂ ਬੇਵਕੂਫੀਆਂ ਨੂੰ ਛੱਡ ਦਈਏ ਹੁਣ ਪਲੀਜ਼ ਜੀ। ਠੀਕ ਹੈ। ਸਾਰਿਆਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਅਸੀਂ ਨਾ, ਜੇ ਅਸੀਂ ਰੱਬ ਨੂੰ ਮੰਨਦੇ ਆ ਜਾਂ ਗੁਰੂ ਨੂੰ ਮੰਨਦੇ ਆ ਤਾਂ ਉਹਦੀ ਗੱਲ ਨੂੰ ਸਮਝ ਕੇ ਅਸੀਂ ਇੱਕ ਦਾ ਸਬੂਤ ਦਈਏ ਸਾਰੇ ਜਣੇ ਜੀ। ਥੈਂਕ ਯੂ ਜੀ ਤੁਹਾਡਾ। ਥੈਂਕ ਯੂ ਬਹੁਤ ਬਹੁਤ। ਥੈਂਕ ਯੂ ਜੀ ਤੁਹਾਡਾ। ਥੈਂਕ ਯੂ ਵੈਰੀ। ਥੈਂਕ ਯੂ ਜੀ ਗਗਨ ਜੀ। ਹਾਂਜੀ
ਗਗਨ ਇਹ ਸਾਡਾ ਬੇਟਾ ਸੀਗਾ ਗਗਨ, ਇਹ ਵੀ ਦੇਖੋ ਪੜ੍ਹੇ ਲਿਖੇ ਆ, ਇਹਨਾਂ ਨੂੰ ਵੀ ਪਤਾ ਲੱਗਦਾ ਵੀ ਗੱਲ ਕਿੱਦਾਂ ਚੱਲਦੀ ਆ ਕਿੱਦਾਂ ਨਹੀਂ, ਹੈ ਨਾ। ਹਾਂਜੀ ਜੀ, ਨਾਲੇ ਅਸੀਂ ਗਗਨ ਬੇਟੇ ਨੂੰ ਕਹਿੰਦੇ ਵੀ ਸਾਨੂੰ ਆਂਟੀ ਅੰਕਲ ਕਿਹਾ ਕਰ, ਭਾਜੀ ਨਾ ਕਿਹਾ ਕਰਨਾ ਭੈਣ ਜੀ, ਸਾਡੇ ਬੱਚਿਆਂ ਵਰਗੇ ਆ ਤੁਸੀਂ, ਤੇ ਸਾਨੂੰ ਆਂਟੀ ਅੰਕਲ ਕਹਿਣਾ ਹੁੰਦਾ, ਉਹ ਸਾਥ ਚ ਰਹਿਣਾ ਚਾਹੀਦਾ। ਸਾਰਾ ਕੁਝ ਉਦਾਂ ਹੀ ਚੰਗਾ ਲੱਗਦਾ, ਜਿੱਦਾਂ ਹੁਣ ਆਪਾਂ ਨਿਆਣੇ ਨਹੀਂ ਹੈਗੇ ਅਸੀਂ, ਤਾਂ ਤੁਸੀਂ ਸਾਡੇ ਬੱਚਿਆਂ ਵਰਗੇ ਆ ਤਾਂ ਆਂਟੀ ਅੰਕਲ ਕਿਹਾ ਕਰੋ। ਬਿਲਕੁਲ ਠੀਕ ਹੈ ਜੀ। ਜੀ ਹਾਂਜੀ, ਵੀਡੀਓ ਵਿੱਚ ਇਹ ਕਿਹਾ ਗਿਆ ਵੀ ਜਿਹੜੇ ਲੋਕ ਆਏ ਹੋ ਨਾਲ, ਜਿਨ੍ਹਾਂ ਦੇ ਕੋਲ ਕੁਛ ਨਹੀਂ ਹੈਗਾ, ਬਈ ਇਹ ਸਮਝਦੇ ਵੀ ਅਸੀਂ ਕਿਹੜੀ ਬਰਾਤ ਵਿੱਚ ਆਏ ਹਾਂ। ਹਾਂਜੀ, ਸਾਡਾ ਬਰਾਤ ਵਿੱਚ ਕੀ ਰੋਲ ਹੈਗਾ ਜੀ, ਕਿਉਂਕਿ ਉਹਨਾਂ ਦੀ ਤਾਂ ਗੱਲ ਹੀ ਕੀਤੀ ਜਾ ਰਹੀ ਹੈਗੀ। ਜੇ ਉਹਨਾਂ ਦੀ ਗੱਲ ਨਹੀਂ ਕੀਤੀ ਜਾ ਰਹੀ ਤਾਂ ਉਹ ਉੱਥੇ ਕੀ ਕਰਦੇ ਆ ਜੀ। ਹੋਣੇ ਤਾਂ ਚਾਹੀਦੇ, ਨਾਲ ਇਕੱਠ ਹੋਣਾ ਚਾਹੀਦਾ, ਪਰ ਉਹਨਾਂ ਨੂੰ ਉਹਦੇ ਵਿੱਚੋਂ ਕੀ ਲੱਭਣਾ ਹੈਗਾ ਆ, ਉਹ ਇਸ ਵੀਡੀਓ ਦੇ ਵਿੱਚ ਕਿਹਾ ਗਿਆ ਹੈਗਾ। ਤੇ ਉਹਦੀ ਅਸੀਂ ਗੱਲਬਾਤ ਚਾਹੁੰਦੇ ਵੀ ਜੇ ਸਾਡੇ ਭੈਣ ਭਰਾ ਆ ਕੇ ਇਹ ਗੱਲ ਦੱਸਣ ਤੇ ਉਹ ਜ਼ਰੂਰ ਕਰਨ, ਕਿਉਂਕਿ ਉਹ ਤਾਂ ਜਿੱਦਾਂ ਦੀ ਉਹ ਘਰ ਰੋਟੀ ਖਾਂਦੇ ਸੀ ਉਦਾਂ ਦੀ ਉੱਥੇ ਖਾਈ ਜਾਂਦੇ ਆ। ਪਰ ਗੱਲ ਤਾਂ ਇਹ ਆ ਵੀ ਜਿਹੜਾ ਉਹਨਾਂ ਦਾ ਮਸਲਾ ਆ, ਉਹਨਾਂ ਦੀ ਗੱਲ ਕੋਈ ਨਹੀਂ ਕਰ ਰਿਹਾ ਵੀ ਇਹਨਾਂ ਦੇ ਵੀ ਹੱਕ ਹੋਣਾ ਚਾਹੀਦਾ, ਕੋਈ ਇਹਨਾਂ ਦੇ ਉੱਤੇ ਵੀ ਕੋਈ ਥੋੜਾ ਬਹੁਤਾ ਇਹਨਾਂ ਦੀ ਜੇਬ ਵੀ ਭਾਰੀ ਹੋਣੀ ਚਾਹੀਦੀ ਆ। ਕਾਲ ਵੱਲ ਚੱਲਦੇ ਆ। ਹੈਲੋ ਜੀ। ਹੈਲੋ, ਜੈ ਗੁਰਦੇਵ ਜੈ ਭੀਮ ਜੀ। ਜੈ ਗੁਰਦੇਵ ਜੈ ਭੀਮ ਜੀ, ਆ ਜਾਓ ਭੈਣ ਜੀ, ਸਵਾਗਤ ਹੈ ਤੁਹਾਡਾ। ਹਾਂਜੀ, ਬਹੁਤ ਸੋਹਣਾ ਤੁਹਾਡਾ ਪ੍ਰੋਗਰਾਮ, ਬਹੁਤ ਸੋਹਣੀ ਜਿਹੜੀ ਵੀਡੀਓ ਦਿਖਾਈ ਆ ਜੀ। ਦੇਖੋ ਕਿੰਨੀਆਂ, ਜੇ ਇਦਾਂ ਦੀ ਦੁਨੀਆ ਸਾਰੀ ਹੋ ਜਾਵੇ ਜੀ, ਸਾਰਾ ਕੁਝ ਬਦਲ ਜਾਵੇ, ਸਾਰਾ ਕੁਝ ਬਦਲ ਜਾਵੇ, ਫਿਰ ਸਾਨੂੰ ਇਦਾਂ ਲੋੜ ਹੀ ਨਹੀਂ ਉੱਥੇ ਜਾ ਕੇ ਇੰਨਾ ਚਿਰ ਬਹਿਣੇ ਦੀ, ਇਹ ਹੱਕ ਆਪੇ ਮਿਲ ਸਕਦੇ ਆ। ਨਾਲੇ ਆਪਾਂ ਸਾਰੇ ਭੈਣ ਭਰਾ ਮੋਢੇ ਨਾਲ ਮੋਢਾ ਲਾ ਕੇ ਚੱਲ ਸਕਦੇ ਹਾਂ। ਹਾਂਜੀ, ਨਾਲੇ ਕੋਈ ਊਚ ਨੀਚ ਨਾ ਹੋਵੇ ਜੀ। ਉਦੋਂ ਹੀ ਆਪਣੇ ਜਿੱਦਾਂ ਦੁਨੀਆ ਨੂੰ ਕੁਛ ਮਿਲਣਾ, ਜਿੰਨੇ ਵੀ ਲੋਕ ਹੈਗੇ ਆ, ਜਿੰਨਾ ਚਿਰ ਇਕੱਠੇ ਨਹੀਂ ਹੁੰਦੇ ਜੀ, ਤੇ ਇਕੱਲੇ ਇਕੱਲੇ ਰਹਿ ਫੇ ਤਾਂ ਉਹਨੇ ਡਰਾਉਂਦੇ ਹੀ ਆ, ਤੁਹਾਨੂੰ ਪਤਾ ਹੀ ਆਪਾਂ ਸਾਰਿਆਂ ਨੂੰ। ਪਰ ਬਹੁਤ ਸੋਹਣੀ ਵੀਡੀਓ ਲੱਗੀ ਜੋ ਉਹਨਾਂ ਨੇ ਗੱਲਾਂ ਕੀਤੀਆਂ ਆ। ਜੀ ਜੀ, ਜੋ ਗੁਰੂ ਵੀ ਦੱਸਦੇ ਆ, ਗਗਨ ਵੀ ਸਹੀ ਆ ਦੱਸ ਕੇ ਗਿਆ ਵੀ ਜੇ ਗੁਰੂਆਂ ਦੀ ਗੱਲ ਮੰਨੂਗੇ, ਹਾਂਜੀ, ਉਹਨਾਂ ਦੇ ਪੂਰਨਿਆਂ ਤੇ ਚੱਲੂਗੇ ਤਾਂ ਸਾਰਾ ਕੁਝ ਮਿਲ ਸਕਦਾ। ਕਹਿੰਦੇ ਨਾ, ਮੈਂ ਛੋਟੀ ਜਿਹੀ ਵਧਾਈ ਦਿੰਨੀ ਆ ਜੀ। ਕੌਮਾਂ ਭੁੱਲਦੀਆਂ ਨੇ ਉਹਨਾਂ ਰਹਿਬਰਾਂ ਨੂੰ, ਕੌਮਾਂ ਭੁੱਲਦੀਆਂ ਨੇ ਉਹਨਾਂ ਰਹਿਬਰਾਂ ਨੂੰ, ਸਮਾਂ ਸੁੱਤੀ ਹੋਈ ਜਿਨ੍ਹਾਂ ਜਗਾਈ ਹੋਵੇ ਜੀ, ਸਮਾਂ ਸੁੱਤੀ ਹੋਈ ਜਿਨ੍ਹਾਂ ਜਗਾਈ ਹੋਵੇ ਜੀ। ਗੁਰੂ ਰਵਿਦਾਸ ਜੀ ਦੇ ਜਨਮ ਦਿਨ ਦੀ ਸੱਤਿਆ ਰਤੂ ਵੱਲੋਂ, ਪਰਿਵਾਰ ਵੱਲੋਂ ਲੱਖ ਲੱਖ ਵਧਾਈ ਹੋਵੇ ਜੀ। ਜੀ, ਤੁਹਾਨੂੰ ਵੀ ਲੱਖ ਲੱਖ ਵਧਾਈ ਹੋਵੇ ਜੀ। ਜੀ, ਸਭ ਨੂੰ ਬਹੁਤ ਸੋਹਣਾ ਪ੍ਰੋਗਰਾਮ ਚੱਲਦਾ ਹੈ, ਲੋਕ ਹੋਰ ਵੀ ਭੈਣਾਂ ਨੇ ਵਧਾਈਆਂ ਦੇਣੀਆਂ ਆ ਜੀ। ਜੀ ਜੀ, ਤੇ ਅੱਜ ਕਵਿਤਾ ਨਹੀਂ ਅਸੀਂ ਬੋਲਣੀ ਜੀ। ਠੀਕ, ਬਹੁਤ ਸੋਹਣਾ ਲੱਗਾ। ਮੈਂ ਤਾਂ ਚਾਹੁੰਦੀ ਸੀ ਭਾਵੇਂ ਘੰਟੇ ਦੀ ਹੁੰਦੀ। ਹਾਂਜੀ, ਅਸੀਂ ਤਾਂ ਕਹਿੰਦੇ ਸੀ। ਹਾਂਜੀ ਹਾਂਜੀ, ਬਹੁਤ ਵਧੀਆ ਸੀ, ਸੋਹਣੀਆਂ ਗੱਲਾਂ ਸੀਗੀਆਂ ਜਿਹੜੀਆਂ ਸੁਣਨ ਵਾਲੀਆਂ ਸੀਗੀਆਂ ਜੀ। ਥੈਂਕ ਯੂ। ਹੋਰ ਵੀ ਆਪਾਂ ਕਾਲ ਲੈਂਦੇ, ਉਹ ਵੀ ਸੁਣਨ ਜਿਹੜੇ ਵਿੱਚ ਬੈਠੇ ਆ ਨਾ, ਸਭ ਸੁਣਦੇ, ਨਿਕਲ ਕੇ ਇਹ ਨਹੀਂ ਵੀ ਉਹਨੇ ਟਾਈਮ ਨਾਲ ਸੁਣਿਆ ਦੀ ਤਾਂ ਬਾਹਰ ਤੇ ਤੂੰ ਕੌਣ ਤਾਂ ਮੈਂ ਕੌਣ। ਹਾਂਜੀ ਹਾਂਜੀ, ਉੱਥੋਂ ਇਹਨਾਂ ਨੂੰ ਸਿੱਖ ਲੈਣਾ ਚਾਹੀਦਾ ਆ। ਸਭ ਸੁਣਦੇ, ਸਭ ਸੁਣਦੇ। ਥੈਂਕ ਯੂ ਤੁਹਾਡਾ। ਥੈਂਕ ਯੂ ਜੀ। ਜੈ ਭੀਮ ਜੀ। ਜੈ ਗੁਰਦੇਵ ਜੈ ਭੀਮ ਜੀ। ਹਾਂਜੀ, ਇਹ ਸੀ ਸੱਤਿਆ ਰਤੂ ਜੀ। ਹਾਂਜੀ, ਤੇ ਹੁਣ ਉੱਥੇ ਦੇਖੋ ਗੁਰਪੁਰਬ ਮਨਾਇਆ, ਉੱਥੇ ਸਾਰੀ ਦੁਨੀਆ ਦੇ ਵਿੱਚ ਬਹਿ ਕੇ ਮਨਾਇਆ। ਇਹ ਗੱਲ ਸਾਡੇ ਦਿਮਾਗਾਂ ਵਿੱਚ ਇਹ ਉੱਠ ਨਹੀਂ ਰਹੀ ਕਿ ਸਾਨੂੰ ਆਪਣੇ ਹੱਕ ਵੀ ਚਾਹੀਦੇ ਹੈਗੇ, ਅਸੀਂ ਉਹਨਾਂ ਦੀ ਗੱਲ ਵੀ ਕਰੀਏ, ਔਰ ਦੂਜੇ ਬੰਦੇ ਕਿਉਂ ਚੁੱਪ ਆ ਜਿਹੜੇ ਸਾਡੀ ਗੱਲ ਨਹੀਂ ਕਰਦੇ ਹੈਗੇ। ਅੱਛਾ, ਜੇ ਉਹ ਕਰਦੇ ਨਹੀਂ ਹੈਗੇ ਤਾਂ ਫਿਰ ਤੁਹਾਡੇ ਮਨ ਵਿੱਚ, ਤੁਸੀਂ ਚੁੱਪ ਕਰਕੇ ਬੈਠੇ ਤਾਂ ਤੁਹਾਡੇ ਮਨ ਵਿੱਚ ਪਲਪਦੀਆਂ ਗੱਲਾਂ ਵੀ ਅਸੀਂ ਇੱਥੇ ਹੈਲਪ ਲਈ ਆਏ ਹਾਂ। ਨਾਲ ਹੈਲਪ ਕੀ, ਅਸੀਂ ਆਪਣੇ ਵੀ ਉਨੇ ਹੀ ਹੱਕ ਆ ਸਾਡੇ, ਆਪਣੀ ਧਰਤੀ ਦੇ ਉੱਤੇ ਬਿਲਕੁਲ ਇੱਕੋ ਜਿਹੇ ਤਰੀਕੇ ਨਾਲ ਜਨਮ ਲਿਆ ਹੈਗਾ। ਤਾਂ ਜੇ ਇਹਦੇ ਪਿੱਛੇ ਇੱਕ ਹੋਰ ਵੀ ਕੰਮ ਕਰਦਾ ਹੈ, ਸੋਚ ਕੰਮ ਕਰਦੀ ਹੈ, ਕਿਉਂਕਿ ਸਾਡੇ ਲੋਕਾਂ ਨੂੰ ਇਹ ਦੱਸਿਆ ਜਾਂਦਾ ਵੀ ਜਿਹੜਾ ਤੁਹਾਨੂੰ ਨਾ, ਇਹ ਵੀਡੀਓ ਦੇ ਵਿੱਚ ਹੀ ਆ ਵੀ ਤੁਹਾਨੂੰ ਨਾ ਜਿਹੜਾ ਬੇਗਮਪੁਰਾ ਆ ਉੱਪਰ ਜਾ ਕੇ ਲੱਭਣਾ, ਉੱਪਰ ਲਾ ਕੇ ਲੱਭਣਾ, ਉੱਥੇ ਟੈਕਸ ਕੋਈ ਨਹੀਂ ਲੱਗਦਾ, ਉਹ ਤੋਂ ਬਚਣਾ ਤੁਸੀਂ। ਕਾਲ ਵੱਲ ਚੱਲਦੇ ਆਪਾਂ ਹੁਣ ਜੀ। ਹੈਲੋ ਜੀ। ਹੈਲੋ ਜੀ। ਹੈਲੋ ਜੀ। ਹੈਲੋ ਜੀ, ਜੈ ਗੁਰਦੇਵ। ਧੰਨ ਗੁਰਦੇਵ ਜੀ। ਕੌਣ ਤਾਂ ਕਿੱਥੋਂ ਬੋਲ ਰਹੇ? ਸੰਤਾਂ ਦੀ ਹਰੀ ਰਾਮ ਸੁੰਡ ਬੋਲਦਾ ਜੀ। ਹਾਂਜੀ ਭਾਜੀ, ਸਵਾਗਤ ਹੈ ਤੁਹਾਡਾ। ਕੀ ਕਹਿਣਾ ਚਾਹੁੰਦੇ ਹੋ? ਤੁਹਾਨੂੰ ਦੋਹਾਂ ਨੂੰ ਬਹੁਤ ਬਹੁਤ ਧੰਨ ਗੁਰਦੇਵ। ਧੰਨ ਗੁਰਦੇਵ ਜੀ, ਆਪ ਜੀ ਨੂੰ ਕੀ ਕਹਿਣਾ ਚਾਹੋਗੇ ਮਸਲੇ ਦੇ ਉੱਤੇ ਜੀ? ਮੈਂ ਇਹ ਕਹਿਣਾ ਚਾਹੁੰਦਾ ਵੀ ਐਤਕੀ ਕਾਂਛੀ ਟੀਵੀ ਨੇ ਬਹਿਜਾ ਕਰਾਤੀ। ਹਾਂਜੀ, ਸਾਰੇ ਪਿੰਡਾਂ ਦੀਆਂ ਦਿਖਾ ਦਿੱਤੀਆਂ, ਪ੍ਰਭਾਤ ਫੇਰੀਆਂ ਜੀ। ਐਤਕੀ ਤਾਂ ਵਾਹਿਗੁਰੂ ਨੇ ਰੰਗ ਦਿਖਾ ਦਿੱਤੇ। ਰੰਗ ਤਾਂ ਇੰਡੀਆ ਦੇਖਦੇ ਹੁੰਦੇ ਹਰੇਕ ਸਾਲ ਜਾ ਕੇ, ਪਰ 2 ਸਾਲ ਹੋ ਗਏ ਆ ਬਿਮਾਰੀ ਕਰਕੇ ਜਾ ਨਹੀਂ ਹੋਇਆ ਹੈਗਾ ਜੀ। ਪਰ ਉਹ ਵਾਹਿਗੁਰੂ ਨੂੰ ਜੋ ਕੀਤਾ, ਇੱਥੇ ਘਰ ਬੈਠਿਆਂ ਨੂੰ ਦਿਖਾ ਦਿੱਤਾ ਸਭ ਕੁਝ ਕਾਂਛੀ ਟੀਵੀ ਨੇ ਜੀ। ਕਾਂਛੀ ਟੀਵੀ ਨੂੰ ਬਹੁਤ ਬਹੁਤ ਲੱਖ ਲੱਖ ਵਧਾਈਆਂ ਜੀ। ਤੁਹਾਡਾ ਵੀ ਬਹੁਤ ਸਹਿਯੋਗ ਹੈ ਜੀ, ਤੁਸੀਂ ਵੀ ਬਹੁਤ ਸੇਵਾ ਪਾਉਂਦੇ ਆ, ਤਾਂ ਤੁਹਾਡਾ ਵੀ, ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ। ਵਾਹਿਗੁਰੂ ਦਾ ਸਭ ਕੁਝ ਹੈ ਜੀ, ਸਾਡਾ ਨਹੀਂ ਕੁਝ ਵੀ। ਠੀਕ ਹੈ, ਉਹਦਾ ਉਹ ਦਿੰਦਾ ਤਾਂ ਅਸੀਂ ਦਿੰਦੇ ਆ ਜੀ। ਜੀ,
ਹਾਂਜੀ ਠੀਕ ਹੈ ਜੀ, ਥੈਂਕ ਯੂ ਤੁਹਾਡਾ ਬਹੁਤ ਧੰਨਵਾਦ ਜੀ, ਧੰਨਵਾਦ ਜੀ। ਹਾਂਜੀ ਹਾਂਜੀ, ਬਹੁਤ ਸਾਰੀਆਂ ਪ੍ਰਭਾਤ ਫੇਰੀਆਂ ਦੇਖੀਆਂ ਕਹਿੰਦੇ, ਹਾਂਜੀ, ਔਰ ਬਹੁਤ ਸੋਹਣੇ ਪ੍ਰੋਗਰਾਮ ਸੀਗੇ ਜੀ ਜੀ। ਇਹ ਸਾਰੀਆਂ ਪ੍ਰਭਾਤ ਫੇਰੀਆਂ ਕਰਕੇ ਆਪਾਂ ਹੁਣ ਚੁੱਪ ਕਰਕੇ ਬਹਿ ਗਏ। ਹਾਂਜੀ, ਤੇ ਹੁਣ ਆਪਾਂ ਇਹ ਸੋਚਦੇ ਹਾਂ ਵੀ ਇਹ ਸਾਰੀਆਂ ਕਰਨ ਦੇ ਪਿੱਛੇ ਉਹਨਾਂ ਨੂੰ ਯਾਦ ਕੀਤਾ ਅਸੀਂ ਆਪਣੇ ਮਹਾਂਪੁਰਸ਼ਾਂ ਨੂੰ, ਜਿਨ੍ਹਾਂ ਨੇ ਸਾਨੂੰ ਇਹ ਸੋਚ ਦਿੱਤੀ ਵੀ ਤੁਸੀਂ ਵੰਡ ਕੇ ਛਕਿਓ ਜੀ, ਕਾਣੀ ਵੰਡਿਆ ਇਹਨੂੰ ਸੂਤ ਕਰਿਓ ਕਿਸ ਤਰ੍ਹਾਂ, ਉਹਨਾਂ ਤਾਂ ਬਹੁਤ ਜ਼ਿਆਦਾ ਕਿਹਾ ਆ। ਹੁਣ ਫਿਰ ਆਪਾਂ ਇਹ ਹੋਰ ਸਵਾਲ ਉੱਠ ਖੜਦੇ ਵੀ ਇਹ ਜਿਹੜਾ ਆਹ ਬੇਗਮਪੁਰੇ ਦੀ ਗੱਲ ਹੈ ਉਹਦੇ ਨਾਲ ਹੀ ਲੱਗਦੀ ਇਹ ਗੱਲ ਆ ਜੀ ਵੀ ਹੁਣ ਪ੍ਰਭਾਤ ਫੇਰੀਆਂ ਕਰ ਲਈਆਂ, ਹੁਣ ਇਹਦੇ ਵਿੱਚੋਂ ਸਾਡਾ ਮਸਲਾ ਹੱਲ ਹੋਇਆ, ਇਹ ਗੱਲ ਆ ਜੀ ਜਿਹੜਾ ਅਸੀਂ ਮਸਲਾ ਚਾਹੁੰਦੇ, ਜਿਹੜਾ ਵੀਡੀਓ ਦੇ ਵਿੱਚ ਦੱਸਿਆ ਗਿਆ ਵੀ ਇਹਨਾਂ ਕੋਲ ਜ਼ਮੀਨਾਂ ਚਾਹੀਦੀਆਂ ਆ ਜੀ ਜੀ, ਇਹ ਜਿਹੜੇ ਗਰੀਬ ਲੋਕ ਆਏ ਇਹ ਵੀ ਰੱਜ ਕੇ ਰੋਟੀ ਖਾਣਗੇ, ਜੇ ਇਹਨਾਂ ਕੋਲ ਜ਼ਮੀਨ ਹੋਊਗੀ ਡਟ ਕੇ ਬੈਠੇ ਰਹੂਗੇ 6 ਮਹੀਨੇ ਬੈਠੇ ਰਹੂਗੇ ਉੱਥੇ, ਕਿਉਂਕਿ ਉਹਨਾਂ ਦੇ ਪਿੱਛੇ ਇਨਕਮ ਆ ਰਹੀ ਹੈਗੀ। ਨਹੀਂ ਆਪਾਂ ਹੁਣ ਆਪਣੇ ਕੋਲ ਖੇਤ, ਹੁਣ ਆਪਾਂ ਵੀ ਕੰਮ ਕਰਕੇ ਆਪਾਂ ਵੀ ਅੰਨਦਾਤੇ ਬਣ ਸਕਦੇ, ਆਪਾਂ ਕਿਹੜਾ ਨਹੀਂ ਬਣ ਸਕਦੇ, ਜਿਹਨਾਂ ਕੋਲ ਜ਼ਮੀਨ ਹੈਗਾ ਅੰਨਦਾਤੇ ਇਹ ਵੀ ਜ਼ਮੀਨਾਂ ਇਹਨਾਂ ਕੋਲ ਵੀ ਹੋਣ, ਇਹ ਵੀ ਅੰਨਦਾਤੇ ਕਹਾਉਣ ਜੀ, ਇਹਨਾਂ ਨੂੰ ਕੀ ਲੋੜ ਹੈ ਦੂਜਿਆਂ ਨੂੰ ਅੰਨਦਾਤੇ ਕਹਿੰਦੇ, ਆਪ ਵੀ ਅੰਨਦਾਤੇ ਬਣ ਜਾ, ਸਾਰੇ ਅੰਨਦਾਤੇ ਬਣ ਜਾਓ ਜੀ। ਤੇ ਇਹ ਤੇ ਤੁਸੀਂ ਗੱਲਬਾਤ ਕਰਨੀ ਆ ਤਾਂ ਜ਼ਰੂਰ ਕਰੋ। ਨਹੀਂ ਹੁਣ ਇੱਥੇ ਇੰਗਲੈਂਡ 'ਚ ਆਪਾਂ ਬੈਠੇ, ਇੱਥੇ ਸਾਰੇ ਅੰਨਦਾਤੇ ਆ, ਇੱਥੇ ਕਿਸੇ ਦਾ ਫਰਕ ਹੈਗਾ? ਹਰ ਕੋਈ ਰੋਟੀ ਖਾ ਇੱਥੇ ਤਾਂ ਕੋਈ ਵੀ ਨਹੀਂ ਕਿਸੇ ਨੂੰ ਅੰਨਦਾਤਾ ਕਹਿੰਦਾ। ਨਹੀਂ ਇੱਥੇ ਕਹਿੰਦੇ ਨਹੀਂ, ਇਦਾਂ ਦੀ ਗੱਲ ਬਣਦੀ ਨਹੀਂ। ਇੱਕ ਦਿਨ ਮੈਂ ਇੱਕ ਹੁਣ ਥੋੜਾ ਮਸਲਾ ਕਈ ਵਾਰੀ ਟਾਈਮ ਥੋੜਾ ਰਹਿ ਜਾਂਦਾ, ਉਹਦੇ 'ਤੇ ਗੱਲਾਂ ਕਰਨੀਆਂ ਪੈ ਜਾਂਦੀਆਂ। ਇੱਕ ਦਿਨ ਮੈਂ ਪ੍ਰੋਗਰਾਮ ਦੇਖ ਰਿਹਾ ਸੀ, ਉਹਦੇ 'ਤੇ ਇੱਕ ਬਹੁਤ ਸਿਆਣੇ ਸਾਡੇ ਹੈਗੇ ਆ ਦੂਸਰੇ, ਉਹਦਾ ਨਾਂ ਕੀ ਆ, ਪੋਇਟ ਹੈਗੇ, ਲਿਖਦੇ ਬਹੁਤ ਵਧੀਆ, ਬੋਲਦੇ ਬਹੁਤ ਵਧੀਆ, ਚਲੋ ਮੈਂ ਨਾਂ ਲੈਣਾ ਜੀ। ਉਹਨਾਂ ਨੇ ਦੱਸਿਆ ਵੀ ਜਿਹੜਾ ਅੰਨਦਾਤਾ ਹੈ ਨਾ, ਜਿਹੜਾ ਦਾਤਾ ਆ ਉਹ ਹੈਗਾ ਆ ਜਿਹੜਾ ਕੁਝ ਤੁਹਾਨੂੰ ਫ੍ਰੀ ਦਿੰਦਾ ਹੈਗਾ ਜੀ ਜੀ, ਉਹ ਫ੍ਰੀ ਦਿੰਦੇ, ਜੇ ਫ੍ਰੀ ਦਿੰਦਾ ਤੁਹਾਨੂੰ ਫਿਰ ਤੁਹਾਡਾ ਉਹ ਫਿਰ ਦਾਤਾ ਆ ਤੁਹਾਡੇ ਲਈ। ਨਹੀਂ ਜਿੱਦਾਂ ਹਵਾ ਪਾਣੀ ਸੂਰਜ ਇਹ ਸਾਡੇ ਲਈ ਫ੍ਰੀ ਹੈਗੇ ਆ, ਇਹ ਦਾਤੇ ਆ ਸਾਡੇ ਲਈ। ਹਾਂਜੀ ਕਾਲ ਵਾਲ ਚਾਹੀਏ ਪਹਿਲਾਂ ਆਪਾਂ। ਹੈਲੋ ਜੀ, ਹੈਲੋ ਜੀ, ਜੈ ਗੁਰਦੇਵ ਜੀ, ਧੰਨ ਗੁਰਦੇਵ ਜੀ। ਧੰਨ ਗੁਰਦੇਵ ਜੀ, ਆਜੋ ਜੀ, ਨਿਰਮਲ ਬਾਗਾ ਜੀ, ਸਵਾਗਤ ਹੈ। ਹਾਂਜੀ ਸਵਾਗਤ ਹੈ ਜੀ ਤੁਹਾਡਾ। ਹਾਂਜੀ ਵਧਾਈਆਂ ਤੁਹਾਨੂੰ ਬਹੁਤ ਬਹੁਤ ਬਾਬਾ ਜੀ ਦੇ ਪ੍ਰਕਾਸ਼ ਦਿਵਸ ਦੀਆਂ। ਆਪ ਜੀ ਨੂੰ ਵੀ ਜੀ। ਹਾਂਜੀ ਮੈਂ ਕਿਹਾ ਟੈਲੀਫੋਨ ਤਾਂ ਨਹੀਂ ਕਰ ਹੋਇਆ, ਬਿਜ਼ੀ ਰਹੇ, ਹੁਣ ਕਹਿੰਦੇ ਆ। ਚਲੋ ਠੀਕ ਹੈ ਜੀ। ਹਾਂਜੀ ਤੁਹਾਡੀਆਂ ਆਵਾਜ਼ਾਂ ਅਸੀਂ ਸੁਣਦੇ ਰਹਿੰਦੇ ਸੀ। ਬਲਵੀਰ ਤੁਹਾਨੂੰ ਵੀ, ਆਪ ਜੀ ਨੂੰ ਵੀ। ਠੀਕ ਹੈ ਤੁਸੀਂ? ਹਾਂਜੀ ਠੀਕ, ਪਰਿਵਾਰ ਠੀਕ ਸਭ? ਹਾਂਜੀ ਸਾਰੇ ਠੀਕ ਠਾਕ ਆ ਜੀ। ਜਿਹੜਾ ਪ੍ਰੋਗਰਾਮ ਦਿਖਾ ਲਿਆ ਬਹੁਤ ਚੰਗਾ ਸੀਗਾ ਲੱਗਿਆ ਜੀ। ਤੇ ਜਿੱਦਾਂ ਉਹਨਾਂ ਨੇ ਨਾ ਐਕਸਪਲੇਨ ਕੀਤਾ ਹੈਗਾ ਵੀ ਆਪਣੇ ਗੁਰੂ ਤਾਂ ਭਗਤ ਦੇ ਵਿੱਚ ਜੀ, ਤੇ ਜੇ ਸਾਰੇ ਇਦਾਂ ਅੰਡਰਸਟੈਂਡ ਕਰਨ ਨਾ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਦੋਂ ਅਸੀਂ ਗੁਰੂ ਹੀ ਕਹਿ ਦਿੰਦੇ ਹਾਂਜੀ, ਤਾਂ ਸਾਰੇ ਜਿੰਨੇ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਹਾਪੁਰਸ਼ ਸਾਰੇ ਗੁਰੂ ਹੀ ਆ ਜੀ, ਹਨਾ। ਇਹ ਤਾਂ ਇੱਕ ਦੂਸਰੇ ਦਾ ਦਿਲ ਦਿਖਾਉਣ ਵਾਲੀ ਗੱਲ ਹੋ ਜਾਂਦੀ, ਜਿਹੜੀ ਕਹਿ ਦਿੰਦੇ ਆ ਵੀ ਆ ਭਗਤ ਆ, ਜੇ ਗੁਰੂ ਕਹਿ ਵੀ ਦੇਣਗੇ ਤਾਂ ਕੁਝ ਘਟਣਾ ਨਹੀਂ। ਉਹੀ ਗੱਲ ਹੈ। ਦੂਜੇ ਪਾਸੇ ਤਾਂ ਕਹਿੰਦੇ ਵੀ ਅਸੀਂ ਬਹੁਤ ਲੱਕੀ ਆ ਜਿਹੜੇ ਅਸੀਂ ਵੀ ਸਾਰਿਆਂ ਨੂੰ ਸੇਮ ਸਮਝਦੇ ਆ ਜੀ, ਨਾ ਜੀ। ਆਪਣੇ ਲੋਕਾਂ ਦੇ ਵਿੱਚ ਕਿਸੇ ਵੀ ਗੁਰੂ ਲਈ ਭੇਖ ਨਹੀਂ ਹੈਗਾ। ਹਾਂਜੀ ਹਾਂਜੀ ਹਾਂਜੀ। ਗੁਰੂ ਨਾਨਕ ਦੇਵ ਜੀ ਦੀ, ਗੁਰੂ ਰਵਿਦਾਸ ਜੀ ਦੀ ਬਾਣੀ ਜਿਹੜੀ ਆ ਨਾ ਜੀ, ਇਹ ਇੱਕੋ ਹੀ ਸਾਨੂੰ ਸਿੱਖਿਆ ਦਿੰਦੀ ਆ ਜੀ, ਏਕਤਾ ਦਾ, ਰਲ ਕੇ ਚੱਲੋ, ਵੰਡ ਕੇ ਖਾਓ ਜੀ ਜੀ ਹਾਂਜੀ, ਤੇ ਸਿੱਖਿਆ ਲਓ, ਸਿੱਖਿਆ ਤੋਂ ਬਗੈਰ ਕੁਛ ਨਹੀਂ ਹੈਗਾ। ਹਾਂਜੀ ਹਾਂਜੀ। ਉਹਨਾਂ ਨੇ ਦੇਖੋ ਇੰਨੇ ਸਾਲ ਪਹਿਲਾਂ ਜਿਹੜਾ ਅੱਜ ਸਾਨੂੰ ਜ਼ਰੂਰਤ ਆ, ਉਹਨਾਂ ਨੇ ਉਦੋਂ ਹੀ ਸਾਨੂੰ ਦੱਸ ਦਿੱਤਾ ਜੀ। ਹੁਣ ਇਹ ਅੰਡਰਸਟੈਂਡ ਕਰਨੀਆਂ ਸਾਡਾ ਕੰਮ ਆ। ਹਾਂਜੀ ਆਪਣੇ ਤੇ ਆ ਹੁਣ ਵੀ ਤੁਸੀਂ ਗੱਲ ਕਿੱਧਰ ਨੂੰ ਲੈ ਕੇ ਜਾਣੀ ਆ। ਜੇ ਅਸੀਂ ਆਪਣੇ ਗੁਰੂਆਂ ਦੀ ਬਾਣੀ ਨੂੰ ਫੋਲੋ ਕਰਾਂਗੇ, ਅੰਡਰਸਟੈਂਡ ਕਰਾਂਗੇ ਜੀ, ਤਾਂ ਫੇਰ ਅਸੀਂ ਏਕਤਾ ਦੇ ਵਿੱਚ ਵੀ ਚੱਲ ਸਕਦੇ ਹਾਂ, ਫੇਰ ਬੇਗਮਪੁਰਾ ਬਚ ਸਕਦਾ ਜੀ ਜੀ ਜੀ। ਬੇਗਮਪੁਰਾ ਇਹੀ ਆ ਹਾਂਜੀ, ਜਿਹੜਾ ਵੀ ਇੱਕੋ ਜਿਹਾ ਸਾਰਿਆਂ ਨੂੰ ਸੇਮ ਸਮਝਣਾ ਜੀ। ਜਿੱਦਾਂ ਕਹਿੰਦੇ ਜਾਤਾਂ ਪਾਤਾਂ ਨਹੀਂ ਪੁੱਛਣੀਆਂ ਕੀ ਹੈਗਾ ਕੀ ਨਹੀਂ, ਸਭ ਇਨਸਾਨ ਆ। ਹਾਂਜੀ ਹਾਂਜੀ। ਉਹਨਾਂ ਨੇ ਖਲਾਸ ਚ ਮਾਰ ਕਿਹਾ ਹੈਗਾ, ਸਾਰੀ ਦੁਨੀਆ ਜਿਹੜੀ ਆ ਵਰਲਡ ਜਿੰਨਾ ਵੀ ਬਣਿਆ ਇਨਸਾਨੀਅਤ ਸਾਰੀ ਚਮੜੇ ਦੀ ਬਣੀ ਆ। ਹਾਂਜੀ ਹਾਂਜੀ ਧੰਨਵਾਦ ਜੀ। ਧੰਨਵਾਦ ਜੀ, ਧੰਨਵਾਦ ਜੀ, ਥੈਂਕ ਯੂ ਭੂਆ ਜੀ ਤੁਹਾਡਾ ਬਹੁਤ ਬਹੁਤ। ਹੁਣ ਮੈਂ ਸ਼ਬਦ ਕਹਿਣਾ ਸੀ ਪਰ ਸਾਰੇ ਕਿਉਂ ਦੇ ਨਹੀਂ, ਆਪਾਂ ਕੋਲਾਂ ਪਹਿਲਾਂ ਲੈ ਲੈਂਦੇ। ਹਾਂਜੀ ਹਾਂਜੀ ਕੋਲਾਂ ਜੀ। ਥੈਂਕ ਯੂ ਤੁਹਾਡਾ ਬਹੁਤ ਬਹੁਤ। ਹਾਂਜੀ
ਹਾਂਜੀ ਬਹੁਤ ਸੋਹਣਾ। ਇਹ ਸੀਨੀਅਰ ਬਾਗਾ ਜੀ, ਇਹਨਾਂ ਦੇ ਵਿਚਾਰ ਬਹੁਤ ਸੋਹਣੇ। ਪਹਿਲਾਂ ਜਿਹੜੀ ਵੀਡੀਓ ਸੀ ਨਾ 18-20 ਮਿੰਟ ਦੀ ਸੀ ਉਹ, ਤੇ ਲੈ ਘੰਟੇ ਤਾਂ 2 ਲਗਾਤਾਰ ਚਾਹੀਦੇ ਗੱਲਬਾਤ ਲਈ, ਤਾਂ ਕੋਈ ਥੋੜਾ ਬਹੁਤਾ ਨੇੜੇ ਨੂੰ ਗੱਲ ਹੋ ਸਕਦੀ ਹੈਗੀ। ਤੇ ਜੇ 20-25 ਮਿੰਟ 20 ਮਿੰਟ ਵੀਡੀਓ ਚੱਲ ਗਈ, ਥੋੜੀ ਬਹੁਤੀ ਸਾਡੀ ਗੱਲਬਾਤ ਹੋਈ ਆ, ਥੋੜੀ ਬਹੁਤੀ ਕਾਲਰਾਂ ਦੀ ਹੋਈ ਆ, ਫਿਰ ਸਾਡੇ ਕਾਲਰ ਵੀ ਇਦਾਂ ਵੀ ਜਿਹੜੀ ਗੱਲਬਾਤ ਅਸਲ ਵਿੱਚ ਮੁੱਦਾ ਹੁੰਦਾ ਨਾ ਉਹਦੇ ਉੱਤੇ ਗੱਲ ਕਰਨੀ ਚਾਹੀਦੀ ਹੈਗੀ ਜ਼ਿਆਦਾ ਅਸਲ ਵਿੱਚ, ਹੈ ਨਾ। ਤੇ ਕਿਉਂਕਿ ਇਹ ਜਿਹੜਾ ਮਸਲਾ ਹੌਲੀ ਹੌਲੀ ਸਮਝ ਹੁੰਦਾ ਜਾ ਰਿਹਾ ਵੀ ਸਾਰੀ ਗੁਰਬਾਣੀ ਇੱਕੋ ਹੀ ਆ, ਇਹ ਤਾਂ ਸਭ ਠੀਕ ਹੈ, ਪਰ ਉਹ ਜਿਹੜਾ ਮਸਲਾ ਆ ਉਹਦੀ ਅਸੀਂ ਗੱਲ ਕਰਨੀ ਆ ਜੀ। ਹਾਂਜੀ, ਹੈਲੋ ਜੀ। ਹੈਲੋ ਜੀ ਭਾਜੀ, ਜੈ ਗੁਰਦੇਵ ਜੀ। ਜੈ ਗੁਰਦੇਵ ਸਾਹਿਬ ਬੋਲ ਰਹੇ ਜੀ। ਤੇ ਭਾਜੀ ਪੰਮਾ ਹੀ ਬੋਲਦਾ ਇੱਥੋਂ ਫਿਲਹਾਲ ਤੋਂ। ਜੈ ਗੁਰਦੇਵ ਭਾਜੀ। ਹਾਂਜੀ, ਸਵਾਗਤ ਹੈ ਵੀਰ ਜੀ, ਕੀ ਕਹਿਣਾ ਚਾਹੁੰਦੇ? ਠੀਕ ਠਾਕ ਜੀ, ਬਸ ਕੋਈ ਨਹੀਂ ਜੀ, ਮੈਂ ਉਹਦਾ ਵੀਡੀਓ ਦੇਖੀ ਨਹੀਂ, ਮੈਂ ਜੇ ਆਇਆ ਹੀ ਆ, ਉਹ ਤਾਂ ਬਾਹਰ ਗਿਆ ਸੀ ਕਿਤੇ। ਅੱਛਾ ਜੀ। ਪ੍ਰੋਗਰਾਮ ਉਹ ਚੱਲਦਾ ਸੀ, ਤੇ ਫਿਰ ਮੈਂ ਕਿਹਾ ਚਲੋ ਪਹਿਲਾਂ ਫੋਨ ਕਰਕੇ ਵਧਾਈਆਂ ਦਈਆਂ ਮਹਾਰਾਜ ਦੇ ਜਨਮ ਦਿਨ ਦੀਆਂ ਜੀ। ਠੀਕ ਹੈ ਜੀ, ਠੀਕ ਆਪ ਜੀ ਨੂੰ ਵੀ। ਤੇ ਬਾਕੀ ਆ ਪ੍ਰੋਗਰਾਮ ਸੋਹਣੇ ਕਾਂਚੀ ਟੀਵੀ ਤੇ ਚਲਾਏ ਕੱਲ, ਤੇ ਬਹੁਤ ਵਧੀਆ, ਸਾਰਿਆਂ ਨੇ ਦੇਖੇ, ਬੜਾ ਇੰਜੋਏ ਕੀਤਾ। ਸਾਰੇ ਪਿੰਡਾਂ ਦੇ ਦਿਹਾੜੇ, ਬੂਟਾ ਮੰਡੀ ਦਾ ਵੀ ਦਿਹਾੜਿਆ ਜੀ। ਤੇ ਲੇਕਿਨ ਆ ਮੈਂ ਤੁਸੀਂ ਵੀਡੀਓ ਦੀ ਗੱਲ ਚੱਲਦੀ ਸੀ ਤਾਂ, ਲੇਕਿਨ ਮੈਂ ਵੀਡੀਓ ਦੇਖੀ ਨਹੀਂ, ਮੈਂ ਹੁਣੇ ਪਹੁੰਚਦਾ ਹੀ ਆ ਜੇ ਜਿੱਦਾਂ ਉਹਦੇ ਬਾਰੇ ਫਿਰ ਮੈਂ ਹੁਣ ਕਰ ਕਹਿ ਨਹੀਂ ਸਕਦਾ ਜਿੱਦਾਂ ਮੈਂ ਗੱਲ ਕਹਿ ਸਕਦਾ ਸੀ। ਨਹੀਂ ਕੋਈ ਨਹੀਂ, ਠੀਕ ਹੈ ਜੀ। ਤੇ ਮੈਂ ਚਲੋ ਵਧਾਈਆਂ ਦਈਏ ਜੀ। ਠੀਕ ਨੇ ਜੀ, ਥੈਂਕ ਯੂ ਜੀ ਤੁਹਾਡਾ ਬਹੁਤ। ਓਕੇ ਭਾਜੀ, ਓਕੇ, ਜੈ ਗੁਰਦੇਵ। ਓਕੇ ਜੀ, ਥੈਂਕ ਯੂ ਜੀ, ਜੈ ਗੁਰਦੇਵ ਜੀ। ਇਸ ਵਾਰ ਪਰਮਜੀਤ ਜੀ, ਹਾਂਜੀ ਪੰਮਾ ਜੀ, ਹਾਂਜੀ ਗੁਰਹਮਟਨ ਤੋਂ, ਹਾਂਜੀ ਹਾਂਜੀ। ਤੇ ਪਹਿਲਾਂ ਨਿਰਮਲ ਬਾਗਾ ਜੀ ਆਏ ਸੀ। ਤੇ ਹਾਂ ਪ੍ਰੋਗਰਾਮ ਦੇਖੋ ਹੁਣ ਤੁਸੀਂ ਆਪਣੇ ਜਿੱਦਾਂ ਆਹ ਬਿਮਾਰੀ ਦੇ ਕਰਕੇ ਬਈ ਜਿੱਦਾਂ ਸਾਰੇ ਭੈਣ ਭਰਾ ਬਾਹਰ ਨਹੀਂ ਸੀ ਜਾਂਦੇ, ਤਾਂ ਉਹਦੇ ਕਰਕੇ ਸਾਰਾ ਪ੍ਰੋਗਰਾਮ ਘਰਾਂ ਦੇ ਵਿੱਚ ਦੇਖਿਆ ਤਾਂ ਵਧੀਆ ਬਹੁਤ ਸੀ, ਦੇਖਣ ਨੂੰ ਮਿਲਿਆ ਸਾਰਾ ਕੁਝ। ਦੇਖੋ ਅਸੀਂ ਤਾਂ ਮੀਡੀਆ ਦੇ ਉੱਤੇ ਜਿੰਨੀ ਵੀ ਸਾਡੇ ਕੋਲ ਇਨਫੋਰਮੇਸ਼ਨ ਗੈਦਰ ਹੁੰਦੀ ਸੀ, ਇਕੱਠੀ ਹੁੰਦੀ ਸੀ, ਜਾਂ ਅਸੀਂ NHS ਦੇ ਲਈ ਵੀ ਪ੍ਰੋਗਰਾਮ ਕੀਤੇ ਹੈਗੇ ਆ, ਔਰ ਉਹਦੇ ਲਈ ਵੀ ਅਸੀਂ ਕੋਵਿਡ ਜਿਹੜਾ 19 ਵਾਇਰਸ ਹੈਗਾ ਇਹਦੇ ਲਈ ਵੀ ਜਿੰਨੀ ਵੱਧ ਤੋਂ ਵੱਧ ਸਾਡੇ ਕੋਲ ਇਨਫੋਰਮੇਸ਼ਨ ਹੁੰਦੀ ਸੀ ਅਸੀਂ ਉਹ ਇਕੱਠੀ ਕਰਕੇ ਤੁਹਾਨੂੰ ਦਿੰਦੇ ਰਹੇ ਹੈਗੇ ਆ ਟਾਈਮ ਸਿਰ। ਹਾਂਜੀ ਹਾਂਜੀ। ਹੈਲੋ ਜੀ। ਹੈਲੋ ਜੀ, ਜੈ ਭੀਮ ਜੀ। ਜੈ ਭੀਮ ਜੀ। ਕੌਣ ਸਾਹਿਬ ਬੋਲ ਰਹੇ ਜੀ? ਸਿੱਧੂ ਸਾਹਿਬ, ਬਲਰਾਮ ਸਿੱਧੂ ਬੋਲ ਰਿਹਾ ਜੀ। ਬਲਰਾਮ ਸਿੱਧੂ ਜੀ, ਠੀਕ ਹੈ ਜੀ। ਹਾਂਜੀ, ਸਵਾਗਤ ਹੈ ਵੀਰ ਜੀ, ਕੀ ਕਹਿਣਾ ਚਾਹੁੰਦੇ? ਹਾਂਜੀ, ਹੋਰ ਸੁਣਾਓ, ਠੀਕ ਹੈ? ਹਾਂਜੀ ਹਾਂਜੀ ਠੀਕ ਹੈ। ਅੱਛਾ, ਮੈਂ ਜਿਹੜਾ ਅੱਜ ਦੀ ਤੁਸੀਂ ਵੀਡੀਓ ਦਿਖਾਈ ਹੈ ਨਾ ਜੀ, ਮੈਂ ਇਹਦੇ ਤੇ ਕੇਂਦਰਿਤ ਹੋ ਕੇ ਹੀ ਗੱਲ ਕਰਾਂਗਾ। ਇਹੀ ਕਰਨੀ। ਹਾਂਜੀ, ਉਹ ਕੋਈ ਡਾਊਟ ਨਹੀਂ ਹੈ, ਜੋ ਕੁਝ ਕਿਹਾ ਬਿਲਕੁਲ ਸਹੀ ਕਿਹਾ ਆ ਜੀ। ਲੇਕਿਨ ਮੈਂ ਇਹਦੇ ਮੋਰਲ ਤੇ ਹਜੇ ਮੈਂ ਤਾਂ ਸਿੱਟਾ ਨਹੀਂ ਕੱਢਾਂਗਾ ਜੀ। ਕਿਉਂ ਨਹੀਂ ਕੱਢਾਂਗਾ? ਇਹਦੇ ਸਿੱਟੇ ਨੂੰ ਮੈਂ ਇੱਕ ਅਲੱਗ ਨਜ਼ਰੀਏ ਨਾਲ ਦੇਖਦਾ ਆ। ਹਾਂਜੀ, ਹਾਲਾਂਕਿ ਹਰਪ੍ਰੀਤ ਸਿੰਘ ਮੱਖੂ ਜਿਨ੍ਹਾਂ ਨੇ ਵਿਚਾਰ ਕੀਤੇ ਆ, ਮੈਂ ਉਹਨਾਂ ਦੀ ਕਾਫੀ ਇੱਜ਼ਤ ਕਰਦਾ, ਬਹੁਤ ਵਧੀਆ, ਉਹ ਹਮੇਸ਼ਾ ਸਾਂਝੀਵਾਲਤਾ ਦੀ ਗੱਲ ਕਰਦੇ ਆ ਜੀ। ਲੇਕਿਨ ਮੈਂ ਅਪ੍ਰੈਲ ਦੇ ਵਿੱਚ ਜਿਹੜੀ ਸੈਂਸਸ ਹੋਣ ਵਾਲੀ ਹੈ ਨਾ, ਹਾਂਜੀ, ਉਹਨੂੰ ਧਿਆਨ ਵਿੱਚ ਰੱਖ ਕੇ ਸੋਚਦਾ ਮੈਂ ਜੀ। ਕਰੋ ਜਿੱਦਾਂ ਗੱਲ ਨਹੀਂ, ਜਿੱਦਾਂ ਸਮਝਿਆ ਤੁਹਾਨੂੰ ਕਰੋ। ਹੁਣ ਪਿਛਲੇ ਸਾਲ ਨਵੰਬਰ ਦੇ ਵਿੱਚ ਵੀ ਜਿਹੜਾ ਅਕਾਲ ਤਖਤ ਸਾਹਿਬ ਤੇ ਵੀ ਗੱਲਬਾਤ ਹੋਈ ਆ 100 ਸਾਲਾ SGPC ਦੇ ਪ੍ਰੋਗਰਾਮ ਦੇ ਉੱਤੇ ਜੀ, ਉੱਥੇ ਵੀ ਦਲਿਤਾਂ ਦੀ ਗੱਲ ਹੋਈ ਆ। ਇਹ ਸਿਰਫ ਕੇਂਦਰਤ ਜਿਹੜੀ ਹੁਣ ਮਰਦਮਸ਼ੁਮਾਰੀ ਹੋਣੀ ਨਾ, ਉਹਨੂੰ ਲੈ ਕੇ ਹੋ ਰਹੇ ਆ। ਹਾਂਜੀ, ਜਿਹੜੀ ਏਕਤਾ ਦੀ ਸਾਂਝੀ ਬਾਲਤਾ ਦੀ ਗੱਲ ਆ, ਇਸ ਮੈਂ ਇਹ ਜ਼ਰੂਰ ਦੁਬਾਰਾ ਸਪਸ਼ਟ ਕਰ ਦਵਾਂ ਕਿ ਮੈਂ ਹਰਪ੍ਰੀਤ ਸਿੰਘ ਮੱਖੂ ਤੇ ਉਂਗਲੀ ਨੂੰ ਉਠਾ ਰਿਹਾ ਮੈਂ ਜੀ ਜੀ। ਲੇਕਿਨ ਜਿਹੜੀਆਂ ਇਹ ਗੱਲਾਂ ਹੁਣ ਇੱਕ ਦਲਿਤ ਸਮਾਜ ਨੂੰ ਜਾਂ ਇੱਕ ਲਤਾੜੇ ਹੋਏ ਸਮਾਜ ਦੀਆਂ ਜਿਹੜੀਆਂ ਗੱਲਾਂ ਉਹਦੇ ਹੱਕ ਅਧਿਕਾਰ ਦੀਆਂ ਹੁੰਦੀਆਂ, ਸਿਰਫ ਉਹ ਸੈਂਸਸ ਨੂੰ ਲੈ ਕੇ ਹੋ ਰਹੀਆਂ। ਮੈਂ ਇਸ ਕਰਕੇ ਕਿਹਾ ਸੀ ਕਿ ਮੈਂ ਮੋਰਲ ਤੇ ਨਹੀਂ ਪਹੁੰਚਾਂਗਾ, ਮੋਰਲ ਇਹਦਾ ਸੈਂਸਸ ਹੋਣ ਤੋਂ ਬਾਅਦ ਫਿਰ ਦੇਖਾਂਗੇ ਕਿ ਫਿਰ ਇਸ ਤਰ੍ਹਾਂ ਦੀ ਅਗਰ ਲਗਾਤਾਰ ਹੁੰਦੀਆਂ ਤੇ ਫਿਰ ਦੇਖਾਂਗੇ ਸੱਚਮੁੱਚ ਉਹ ਏਕਤਾ ਦੀ ਗੱਲ ਕਰਦੇ ਆ ਜੀ। ਮੈਂ ਇਹੀ ਮੈਸੇਜ ਦੇਣਾ ਚਾਹੁੰਦਾ ਕਿ ਮੈਂ ਇਸ ਕਰਕੇ ਮੈਂ ਇਹਨੂੰ ਸੈਂਸਸ ਦੇ ਨਾਲ ਜੋੜ ਕੇ ਦੇਖਦਾ ਆ ਜੀ। ਪਰ ਸਿੱਧੂ ਸਾਹਿਬ ਉਹਨਾਂ ਨੇ ਗੱਲ ਤਾਂ ਇਹ ਕੀਤੀ ਆ ਬਈ ਜਿਹੜਾ ਇੱਥੇ ਮਜ਼ਦੂਰ ਲੋਕ ਜਿਹੜੇ ਆਏ ਹੈਗੇ ਜਿਨ੍ਹਾਂ ਦੇ ਕੋਲ ਕੁਝ ਨਹੀਂ ਹੈਗਾ, ਬਈ ਉਹ ਕਿਹੜੀ ਬਰਾਤ ਵਿੱਚ ਆਏ ਹੋ ਆ? ਫੇ ਦੇਖੋ, ਐਡੇ ਵੱਡੇ ਪਲੇਟਫਾਰਮ ਤੋਂ ਜਿਹੜੀ ਗੱਲ ਹੋਣੀ ਨਾ ਗੁਰੂ ਰਵਿਦਾਸ ਮਹਾਰਾਜ ਦੀ ਜੀ, ਉਹ ਪਹਿਲੀ ਗੱਲ ਤਾਂ ਮੈਂ ਫੇਰ ਦੁਬਾਰਾ ਕਹਾਂਗਾ ਬਹੁਤ ਵੱਡੀ ਪ੍ਰਾਪਤੀ ਆ, ਬਹੁਤ ਵੱਡੀ। ਹਾਂਜੀ, ਇਹ ਬਹੁਤ ਵੱਡੀ ਪ੍ਰਾਪਤੀ ਹੈ। ਉਸ ਪਲੇਟਫਾਰਮ ਤੋਂ ਗੱਲ ਹੋਣੀ, ਨਹੀਂ ਤਾਂ ਐਡੇ ਵੱਡੇ ਪਲੇਟਫਾਰਮਾਂ ਤੋਂ ਗੁਰੂ ਰਵਿਦਾਸ ਮਹਾਰਾਜ ਦੀ ਗੱਲ ਕਦੇ ਹੋਈ ਨਹੀਂ ਜੀ। ਪੂਰਾ ਐਨ ਵਧੀਆ ਤਰੀਕੇ ਨਾਲ ਬਣਾਇਆ ਗਿਆ ਉੱਥੇ, ਔਰ ਉਹਨਾਂ ਨੇ ਵਧੀਆ ਤਰੀਕੇ ਨਾਲ, ਇਹ ਵੀ ਆ ਕਿ ਮੱਖੂ ਸਾਹਿਬ ਨੇ ਬਹੁਤ ਵਧੀਆ ਤਰੀਕੇ ਨਾਲ ਉਹਨੂੰ ਵਿਆਖਿਆ ਵੀ ਕੀਤੀ ਆ ਜੀ ਜੀ। ਉਸ ਵਿਆਖਿਆ ਦੇ ਲਈ ਮੈਂ ਮੱਖੂ ਸਾਹਿਬ ਨੂੰ ਸਲੂਟ ਕਰਦਾ ਆ। ਬਿਲਕੁਲ, ਬਹੁਤ ਵਧੀਆ ਗੱਲਾਂ ਕੀਤੀਆਂ, ਸਲੂਟ ਦੇ ਹੱਕਦਾਰ ਆ ਉਹ ਜੀ। ਲੇਕਿਨ ਇਸ ਉਹਨੂੰ ਮੈਂ ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਮੈਂ ਉਹਨੂੰ ਦੂਸਰੇ ਨਜ਼ਰੀਏ ਨਾਲ ਮੈਂ ਦੇਖਦਾ, ਉਹਨੂੰ ਦੂਸਰੇ ਨਜ਼ਰੀਏ ਨਾਲ। ਹਾਂਜੀ, ਕਿਉਂਕਿ ਅੱਜ ਜਿਹੜੀ ਸੈਂਸਸ ਹੋਣੀ ਨਾ, ਸੈਂਸਸ ਦੇ ਵਿੱਚ ਹਰ ਧਰਮ ਦੀ ਦੌੜ ਲੱਗੀ ਹੋਈ ਹੈ ਕਿ ਅਸੀਂ ਉਸ ਮਰਦਮਸ਼ੁਮਾਰੀ ਦੇ ਵਿੱਚ ਆਪਣੇ ਧਰਮ ਦੀ ਜ਼ਿੰਦਗੀ ਵਧਾਈਏ ਜੀ।
ਔਰ ਸਾਲ ਪਹਿਲਾਂ ਤਾਂ ਜਿਹੜੇ ਸੀਗੇ ਬਾਈਕਾਟ ਹੁੰਦੇ ਹਟੇ ਆ ਆਪਣੇ ਹੈ ਜੀ ਸਾਲ ਪਹਿਲਾਂ ਤਾਂ ਬਾਈਕਾਟ ਹੁੰਦੇ ਹਟੇ ਸਪੀਕਰਾਂ ਦੇ ਵਿੱਚੋਂ। ਹਾਂਜੀ ਉਸ ਵੇਲੇ ਵੀ ਝੋਨੇ, ਹਾਂ ਉਦੋਂ ਵੀ ਮੈਂ ਗੱਲ ਨਾਲ ਜੋੜਦਾ, ਜਦੋਂ ਝੋਨਿਆਂ ਦੀ ਲਵਾਈ ਨੂੰ ਲੈ ਕੇ ਗੱਲ ਚੱਲੀ ਸੀ ਉਸ ਵੇਲੇ ਹਰਪ੍ਰੀਤ ਦੇ ਮੱਖੂ ਵਿੱਚ ਪੈ ਕੇ ਸਮਝੌਤਾ ਕਰਾਇਆ ਸੀ। ਪਰ ਗੱਲ ਤਾਂ ਸਿੱਧੂ ਸਾਹਿਬ ਇਹ ਹੈਗੀ ਕਿ ਜਦੋਂ ਆਪਾਂ ਗੱਲ ਕਰਦੇ ਹਾਂ ਹੋਰ ਵੀ ਆਪਾਂ ਮਸਲੇ ਛੇੜਦੇ ਹਾਂ, ਸੁਣਦੀ ਆਵਾਜ਼ ਤੁਹਾਨੂੰ ਸਾਡੀ? ਜੀ ਜੀ ਜੀ। ਜਿਹੜੀ ਗੱਲ ਨਾ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਉਹਨਾਂ ਨੇ ਕਹੀ ਸੀ ਬਈ ਜ਼ਮੀਨ ਦੇ ਹੱਕ ਮਿਲਣੇ ਚਾਹੀਦੇ ਲੋਕਾਂ ਨੂੰ, ਜਿਨ੍ਹਾਂ ਕੋਲ ਹੈ ਨਹੀਂ ਉਹਨਾਂ ਕੋਲ ਵੀ ਇਨਕਮ ਸੋਰਸ ਹੋਵੇ, ਉਹ ਵੀ ਰੋਟੀ ਖਾਣ, ਬਈ ਉਹ ਉਹਨਾਂ ਨੇ ਗੱਲ ਕਹੀ ਸੀ ਉਸ ਵੇਲੇ, ਉਹੀ ਗੱਲ ਇਹਨਾਂ ਨੇ ਹੁਣ ਕਹੀ ਆ। ਦੇਖੋ ਉਹ ਜਿਹੜੀ ਸਰਕਾਰੀ ਜ਼ਮੀਨਾਂ ਦੀ ਗੱਲ ਹਰਪ੍ਰੀਤ ਸਿੰਘ ਮੱਖੂ ਨੇ ਕਹੀ ਨਾ, ਉਹੀ ਸਰਕਾਰੀ ਗਿੱਲਾ ਦੀ ਗੱਲ ਜਿਹੜੀ ਹੈ ਸਾਹਿਬ ਕਾਂਸ਼ੀ ਰਾਮ ਕਰਦੇ ਸੀਗੇ। ਜੀ ਜੀ ਬਿਲਕੁਲ। ਹੁਣ ਉਹ ਜਿਹੜੀ ਜ਼ਮੀਨ ਦਾ ਐਕਚੁਅਲੀ ਆ ਭੁਲੇਖਾ ਪੈ ਜਾਂਦਾ ਰਾਏ ਸਾਹਿਬ ਬਹੁਤ ਸਾਰੇ ਲੋਕਾਂ ਦੇ ਵਿੱਚ ਜਦੋਂ ਜ਼ਮੀਨ ਦੀ ਗੱਲ ਕਰਦੇ ਆ ਕਿ ਸਾਹਿਬ ਨੇ ਕਿਹਾ ਸੀਗਾ ਜੋ ਜ਼ਮੀਨ ਸਰਕਾਰੀ ਹੈ ਉਹ ਜ਼ਮੀਨ ਹਮਾਰੀ ਹੈ। ਜਦੋਂ ਜ਼ਮੀਨ ਦੀ ਗੱਲ ਕਰਦੇ ਤਾਂ ਉਹ ਜਿਹੜੇ ਜ਼ਮੀਨਦਾਰ ਲੋਕ ਆ ਉਹਨਾਂ ਨੂੰ ਡਰ ਪੈ ਜਾਂਦਾ ਸ਼ਾਇਦ ਸਾਡੀਆਂ ਜ਼ਮੀਨਾਂ ਖੋਹ ਕੇ ਇਹਨਾਂ ਨੂੰ ਦੇਣ ਦੀ ਗੱਲ ਕਰਦੇ ਆ। ਹਾਂਜੀ। ਉਹ ਭੁਲੇਖੇ ਸਮਾਜ ਵਿੱਚ ਜਿਹੜੇ ਇਸ ਤਰ੍ਹਾਂ ਦੇ ਬਣੇ ਹੋਏ ਨਾ ਉਹ ਦੂਰ ਨਹੀਂ ਹੋ ਪਾਏ। ਨਾਲੇ ਫਿਰ ਆਪਾਂ ਵੰਡ ਕੇ ਛਕਣ ਦੀ ਗੱਲ ਕਰਦੇ ਆ। ਦੇਖੋ ਵੰਡ ਕੇ ਛਕਣ ਦੀ ਗੱਲ ਇਹ ਹੁੰਦੀ ਹੈ ਰਾਏ ਸਾਹਿਬ ਬਰਦੀਰੀ, ਜੇ ਤੁਹਾਡੇ ਕੋਲ 10 ਕਿੱਲੇ ਆ, ਹੁਣ ਤੁਸੀਂ ਗਰੀਬਾਂ ਨੂੰ ਕਿਸੇ ਨੂੰ 1 ਕਿੱਲਾ ਦਾਨ ਥੋੜੀ ਕਰ ਦੋਗੇ, ਤੁਸੀਂ ਨਹੀਂ ਨਾ ਕਰੋਗੇ। ਤੁਸੀਂ ਹਾਂ ਠੀਕ ਹੈ ਕਿ ਤੁਸੀਂ ਕੋਈ ਦਿਹਾੜੀ ਦੇ ਵਿੱਚ ਉਹਨੂੰ ਥੋੜੀ ਹੋਰ ਰਹਿਤ ਦੇ ਦੋਗੇ, ਜਿੱਥੇ 300 ਰੁਪਏ ਦਿਹਾੜੀ ਦਿੰਦੇ ਆ ਤਾਂ ਠੀਕ ਹੈ ਤੁਸੀਂ 350 ਲੈ ਲਾ ਜੀ। ਕੁਛ ਇਸ ਤਰ੍ਹਾਂ ਦੀ ਫੈਸਿਲਿਟੀ ਤੁਸੀਂ ਹੋਰ ਜ਼ਿਆਦਾ ਦੇ ਦੋਗੇ, ਜ਼ਿਆਦਾ ਦੇ ਦੋਗੇ। ਜ਼ਮੀਨ ਥੋੜੀ ਨਾ ਦੇ ਦੋਗੇ, ਕਿੱਲਾ ਜ਼ਮੀਨ ਲੈ ਲਓ ਤੁਸੀਂ, 10 ਮਰਲਾ ਜ਼ਮੀਨ ਲੈ ਲਓ, ਠੀਕ ਹੈ ਨਾ। ਇਸ ਕਰਕੇ ਉਹ ਜਿਹੜੀ ਸਰਕਾਰੀ ਜ਼ਮੀਨ ਦੀ ਗੱਲ ਹੈ ਕਿ ਜੋ ਜ਼ਮੀਨ ਸਰਕਾਰੀ ਹੈ ਉਹ ਜ਼ਮੀਨ ਹਮਾਰੀ ਹੈ, ਉਹਦੀ ਗੱਲ ਹੈ। ਹਾਂ ਇਹ ਹੈ ਕਿ ਜਿਹੜਾ ਕੋਈ ਸਰਮਾਏਦਾਰ ਹੈਗੇ ਆ ਉਹਨਾਂ ਦਾ ਫਰਜ਼ ਬਣਦਾ ਕਿ ਗਰੀਬਾਂ ਨੂੰ ਉਹਨਾਂ ਦਾ ਬਣਦਾ ਹੱਕ ਜ਼ਰੂਰ ਮਿਲੇ ਜੀ। ਬਣਦਾ ਹੱਕ ਕੀ, ਉਹਨਾਂ ਦੀ ਦਿਹਾੜੀ ਹੈ ਸਮੇਂ ਸਿਰ ਦਿਹਾੜੀ ਮਿਲੀ ਜਾਵੇ, ਉਹਨਾਂ ਦੀ ਮਾਰਨਾ 8 ਘੰਟੇ ਡਿਊਟੀ ਦਾ 8 ਘੰਟੇ ਮਿਲੇ, 8 ਘੰਟੇ ਤੋਂ ਜ਼ਿਆਦਾ ਸਮਾਂ ਤੁਸੀਂ ਕੰਮ ਕਰਾਉਣਾ ਉਹਦੇ ਜ਼ਿਆਦਾ ਪੈਸੇ ਦਿਓ। ਇਹੀ ਹੱਕ ਹੈ ਉਹਨਾਂ ਦੇ ਗਰੀਬਾਂ ਦੇ। ਹਾਂਜੀ। ਸਮੇਂ ਸਿਰ ਗਰੀਬ ਦੀ ਮਜ਼ਦੂਰੀ ਮਿਲਣੀ ਇਹ ਗਰੀਬਾਂ ਦੇ ਹੱਕ ਆ। ਹਾਂਜੀ ਹਾਂਜੀ। ਉਹਨਾਂ ਦਾ ਕੁਝ ਬਣੇ, ਉਹਨਾਂ ਦਾ ਕੁਝ ਬਣੇ, ਬਿਲਕੁਲ ਰੋਟੀ ਪਾਣੀ ਚੱਲੇ, ਉਹਨਾਂ ਦੇ ਘਰ ਵੀ ਬਣਨ, ਘਰ ਵੀ ਉੱਥੇ ਦੇ ਉੱਥੇ ਹੀ ਆ। ਹਾਂ ਕਿਉਂਕਿ ਉੱਥੇ ਦੇ ਉੱਥੇ ਆ, ਉਹਨਾਂ ਦਾ ਬਣਦਾ ਹੱਕ ਨਹੀਂ ਮਿਲਦਾ, ਇਸ ਕਰਕੇ ਉਹ ਉੱਥੇ ਦੇ ਉੱਥੇ ਆ ਉਹ। ਜੀ ਜੀ ਜੀ। ਸੋ ਅੱਜ ਚਲੋ ਠੀਕ ਹੈ, ਬਹੁਤ ਵਧੀਆ ਸਮਾਂ ਵੀ ਤੁਹਾਡੇ ਕੋਲ ਘੱਟ ਹੈ, ਹੋਰ ਵੀ ਆਉਂਦੀਆਂ ਹੋਣਗੀਆਂ ਤੇ ਧੰਨਵਾਦ ਰਾਏ ਸਾਹਿਬ ਤੁਸੀਂ ਸਮਾਂ ਦਿੱਤਾ। ਲੇਕਿਨ ਫਿਰ ਮੈਂ ਕਹਾਂਗਾ ਕਿ ਅੱਜ ਦਾ ਪ੍ਰੋਗਰਾਮ ਜਿਹੜਾ ਸੀ ਬਹੁਤ ਵਧੀਆ ਲਾਜਵਾਬ ਸੀਗਾ, ਪਰ ਇਸ ਤਰ੍ਹਾਂ ਦੇ ਪ੍ਰੋਗਰਾਮ ਫਿਊਚਰ ਦੇ ਵਿੱਚ ਉਮੀਦ ਕਰਾਂਗੇ ਹੋਰ ਹੁੰਦੇ ਰਹਿਣੇ ਚਾਹੀਦੇ ਆ। ਥੈਂਕ ਯੂ ਜੀ। ਹਾਂਜੀ ਸਿੱਧੂ ਸਾਹਿਬ ਉਹਨਾਂ ਨੇ ਇੱਕ ਹੋਰ ਗੱਲ ਵੀ ਕਹੀ, ਜਿਹੜੀ ਟੈਕਸ ਦੀ ਗੱਲ ਚੱਲਦੀ, ਬੇਗਮਪੁਰੇ ਜਿਹੜਾ ਉੱਪਰ ਜਾ ਕੇ ਬਸਣਾ ਹੈਗਾ ਆ, ਉਹਦੀ ਗੱਲ ਸਾਡੇ ਲੋਕਾਂ ਦੇ ਦਿਮਾਗ ਵਿੱਚ ਬਹੁਤ ਚੱਲਦੀ ਆ, ਉਹ ਤੁਹਾਨੂੰ ਕਿੱਦਾਂ ਲੱਗਦੀ ਆ? ਦੇਖੋ ਰਾਏ ਸਾਹਿਬ ਬੇਗਮਪੁਰਾ ਦਾ ਉਹਨੇ ਕਹਿ ਕੇ ਬੇਗਮਪੁਰਾ ਕਹਿੰਦੇ ਕਿ ਇਹਨੂੰ ਕਿ ਜਿਹੜਾ ਅਸੀਂ ਨਾਲ ਮਿਲ ਕੇ ਬੈਠਣਾ ਹੈ, ਹਾਂਜੀ ਉਹੀ ਬੇਗਮਪੁਰਾ ਹੁੰਦਾ ਆ। ਸਾਡੀ ਭਾਸ਼ਾ ਦਾ ਨਾਮ ਹੀ ਬੇਗਮਪੁਰਾ ਆ। ਸਾਡੇ ਤਾਂ ਮੁਕਤੀ ਤੋਂ ਬਾਅਦ ਦੀ ਗੱਲ ਚੱਲਦੀ, ਮੁਕਤੀ ਤੋਂ ਬਾਅਦ ਜਾਨੀ ਮਿਲੂਗਾ। ਰਾਏ ਸਾਹਿਬ ਜਿਹੜੇ ਕਹਿੰਦੇ ਉੱਪਰ ਜਾ ਕੇ ਬੇਗਮਪੁਰਾ, ਉਹ ਭਗਤੀ ਲਹਿਰ ਵਾਲੇ ਜਿਹੜੇ ਗੁਰਦਾਸ ਮਾਨ ਨੂੰ ਚਮਤਕਾਰੀ ਬਣਾਉਂਦੇ ਨਾ, ਉਹ ਲੋਕ ਇਹੋ ਜਿਹੀਆਂ ਗੱਲਾਂ ਕਰਦੇ ਆ। ਜਿਹੜੇ ਕ੍ਰਾਂਤੀਕਾਰੀ ਸੋਚ ਦੇ ਵਿਚਾਰ ਕਰਦੇ ਆ, ਅਵਿਦਿਆ ਹਿਤਕੀਨ ਤੇ ਗੱਲ ਕਰਦੇ ਆ, ਐਸਾ ਜਿਹੜਾ ਮਾਰਗਟ ਕਾਉਂਟ ਦੀ ਗੱਲ ਕਰਦੇ ਆ, ਜਿਹੜਾ ਸਤ ਸੰਗਤ ਮਿਲ ਰਹੀ ਹੈ ਮਾਧੋ ਦੀ ਗੱਲ ਕਰਦੇ ਆ, ਜਿਹੜੇ ਇਸ ਕ੍ਰਾਂਤੀਕਾਰੀ ਸੋਚ ਤੇ ਚੱਲਦੇ ਆ, ਉਹ ਬੇਗਮਪੁਰੇ ਦੀ ਉੱਪਰ ਜਾ ਕੇ ਭਾਲ ਨਹੀਂ ਕਰਦੇ। ਵੈਸੇ ਜਿੰਨੇ ਵੀ ਮਹਾਪੁਰਸ਼ ਹੋਏ ਆ, ਅਸੀਂ ਤਾਂ ਇਹ ਸੋਚਦੇ ਵੀ ਉਹ ਇਨਕਲਾਬੀ ਸੋਚ ਦੇ ਮਾਲਕ ਹੋਏ ਔਰ ਸੰਤ ਸਿਪਾਹੀ ਹੋਏ ਆ। ਬਲਵੀਰ ਜੀ ਅਸੀਂ ਉਹਨਾਂ ਨੂੰ ਇੱਕ ਚਮਤਕਾਰੀ ਬਣਾ ਦਿੱਤਾ, ਫਰਕ ਸਾਡਾ ਇੰਨਾ ਹੀ ਪਿਆ ਆ। ਹੁਣ ਬੇਸ਼ੱਕ ਗੁਰੂ ਭਗਤ ਦਾ ਵੀ ਸਾਡਾ ਝਗੜਾ ਚੱਲਦਾ ਰਿਹਾ, ਅਸੀਂ ਲੜਾਈ ਹੋਰ ਜਿਸ ਮਸਲੇ ਤੇ ਅਸੀਂ ਧਿਆਨ ਦੇਣਾ ਸੀ ਉੱਤੇ ਸਾਡਾ ਧਿਆਨ ਨਹੀਂ। ਠੀਕ ਆ, ਭਗਤ ਕਹਿਣਾ ਇੱਕ ਕਿਸੇ ਦੀ ਮਨਸ਼ਾ ਦੇ ਉੱਤੇ ਕਿਸੇ ਨੂੰ ਠੇਸ ਪਹੁੰਚਾਉਣੀ ਗਲਤ ਆ, ਨਹੀਂ ਹੋਣਾ ਚਾਹੀਦਾ ਇਹ। ਠੀਕ ਹੈ, ਫਰਕ ਹੁੰਦਾ ਕਿ ਭਗਤ ਕਹਿਣਾ ਸਾਡੇ ਗੁਰੂ ਦੀ ਜਿਹੜੀ ਸਾਡੀ ਬੇਅਦਬੀ ਹੁੰਦੀ ਆ, ਤਾਂ ਦੂਸਰਾ ਵਰਗ ਕਿਉਂ ਅੜੇ ਕਿ ਮੈਂ ਭਗਤੀ ਕਹਿਣਾ। ਥੈਂਕ ਯੂ ਜੀ, ਥੈਂਕ ਯੂ ਸਿੱਧੂ ਸਾਹਿਬ, ਥੈਂਕ ਯੂ, ਥੈਂਕ ਯੂ ਵੈਰੀ ਮਚ। ਹਾਂਜੀ ਦੋਸਤੋ, ਇਹ ਸਨ BSP UK ਵਿੰਗ ਦੇ ਪ੍ਰਧਾਨ ਬਲਰਾਮ ਸਿੱਧੂ ਜੀ। ਜੀ ਹਾਂਜੀ, ਕਾਫੀ ਉਹਨਾਂ ਨੂੰ ਤਜਰਬਾ ਹੁੰਦਾ ਇਦਾਂ ਦੀਆਂ ਗੱਲਾਂ ਬਾਤਾਂ ਦਾ। ਜਿੱਦਾਂ ਆਪਾਂ ਦੇਖਦੇ ਸੀਗੇ, ਜਿੱਦਾਂ ਬਾਬੂ ਕਾਂਸ਼ੀ ਰਾਮ ਜੀ ਉਹਨਾਂ ਨੇ ਕਿਹਾ ਸੀਗਾ ਬਈ ਇਹ ਜ਼ਮੀਨ ਸਰਕਾਰੀ ਹੈ, ਜ਼ਮੀਨ ਹਮਾਰੀ ਹੈ। ਇੱਦਾਂ ਜਿੱਦਾਂ ਸਾਰੇ ਰਲ ਕੇ ਜੇ ਜਿਨ੍ਹਾਂ ਕੋਲ ਹੈ ਨਹੀਂ ਜ਼ਮੀਨਾਂ ਉਹਨਾਂ ਨੂੰ ਵੀ ਦੇਣ ਲੈ ਕੇ ਸਰਕਾਰੀ ਜ਼ਮੀਨਾਂ ਬਥੇਰੀਆਂ ਪਈਆਂ।
ਉਹਨਾਂ ਦਾ ਤਾਂ ਨਾਰਾ ਨਹੀਂ ਲਾਇਆ ਜਾਂਦਾ, ਉਹ ਨਾਰਾ ਉਹਨਾਂ ਦਾ ਨਾਰਾ ਨਹੀਂ ਲੱਗਦਾ ਵੀ ਇਹਨਾਂ ਨੂੰ ਵੀ ਕੁਝ ਮਿਲਣਾ ਚਾਹੀਦਾ ਹੈ, ਇਹਨਾਂ ਦੀ ਵੀ ਰੋਟੀ ਚੱਲਣੀ ਚਾਹੀਦੀ ਹੈ। ਆਪਣੇ ਲੋਕਾਂ ਨੂੰ ਜਿੱਦਾਂ ਹੁਣ ਉੱਥੇ ਦਿੱਲੀ ਬੈਠੇ ਉੱਥੇ ਇਦਾਂ ਦੇ ਥਾਂ ਤੇ ਜਾ ਕੇ ਸਾਰੇ ਲਾਉਣ, ਗਿਣਤੀ ਵਧਣੀ ਚਾਹੀਦੀ ਹੈ ਬਹੁਤ ਬਹੁਤ। ਅਸੀਂ ਵੀ ਮੋਢੇ ਨਾਲ ਮੋਢਾ ਲਾ ਕੇ ਜਾਈਏ, ਮੋਢਾ ਲਾ ਕੇ ਚੱਲਣਾ ਚਾਹੀਦਾ, ਪਰ ਜਿਹਦੀ ਰੋਟੀ ਨਹੀਂ ਤੁਰ ਰਹੀ ਉਹ ਮੋਢਾ ਕਿੱਦਾਂ ਲਾਵੇ? ਨਹੀਂ ਅਸੀਂ ਤਾਂ ਹੀ ਜਾ ਸਕਦੇ ਹਾਂ ਜੇ ਸਾਡੇ ਹੱਕਾਂ ਦੀ ਵੀ ਉੱਥੇ ਗੱਲ ਕੀਤੀ ਜਾਵੇ। ਹਾਂਜੀ ਹੈਨਾ, ਬਹੁਤ ਸੋਹਣੀ ਤੁਸੀਂ ਗੱਲਬਾਤ ਕੀਤੀ ਹੈ। ਜੇ ਇਹ ਮਜ਼ਦੂਰਾਂ ਦੀ ਗੱਲ ਉੱਥੇ ਹੋਵੇ ਤਾਂ ਅਸੀਂ ਵੀ ਇੱਥੋਂ ਕਹਿ ਦਈਏ ਅਸੀਂ ਵੀ ਜਾ ਆਈਏ ਉੱਥੇ, ਸਾਨੂੰ ਵੀ ਜ਼ਮੀਨ ਮਿਲਣੀ ਆ। ਹਾਂਜੀ ਹੈਨਾ, ਇਹਦਾ ਬਹੁਤ ਸਾਰਾ। ਹਾਂਜੀ ਜੀ ਜੀ ਆ ਰਿਹਾ ਕੋਈ? ਨਹੀਂ ਤੁਸੀਂ ਕਰੋ ਗੱਲ। ਹਾਂਜੀ ਸੋ ਗੱਲਬਾਤ ਤਾਂ ਰੱਖੀ ਸੀ, ਪਰ ਆਪਾਂ ਕਾਲਰ ਹੋਰ ਵੀ ਚਾਹੁੰਦੇ ਸੀ ਜੀ। ਕਾਲਰ ਜਿਹੜੇ ਆ ਉਹ ਹੋਰ ਜਿਹੜੇ ਆ ਲੈਣੇ ਮੁਸ਼ਕਿਲ ਵੀ ਹੋ ਜਾਂਦੇ ਕਰਕੇ ਜਿਹੜੀ ਵੀਡੀਓ ਲੰਮੀ ਸੀ ਤੇ ਕਈ ਵਾਰੀ ਕਾਲਾਂ ਤਾਂ ਉਨੀਆਂ ਕੀ ਹੋਣੀਆਂ ਹੁੰਦੀਆਂ ਟਾਈਮ ਦੇ ਹਿਸਾਬ ਨਾਲ, ਔਰ ਗੱਲ ਵੀ ਕਰਨੀ ਹੁੰਦੀ ਹੈ। ਕਈ ਸਾਡੇ ਵੀਰ ਇਦਾਂ ਹੁੰਦੇ ਵੀ ਉਹਨਾਂ ਨੇ ਉਹ ਗੱਲੇ ਨਹੀਂ ਕਰਨੀ ਹੁੰਦੀ ਜੀ ਜੀ, ਤੇ ਉਹਨਾਂ ਨੇ ਬਸ ਜਿਹੜੀ ਭਗਤੀ ਲਹਿਰ ਦੀ ਗੱਲ ਤਾਂ ਕਰਨੀ ਹੈਗੀ ਆ। ਸਾਡੇ ਮਿਰਜ਼ਾ ਭਾਜੀ ਹੁਣੇ ਨਹੀਂ ਸੁਣਦੇ ਵਾਲੇ, ਉਹਦੇ ਵਿੱਚੋਂ ਜਾਣੀ ਬਈ ਇਸ ਦੁਨੀਆ ਦੇ ਉੱਤੇ ਜਿਹੜਾ ਰੋਟੀ ਪਾਣੀ ਬੰਦੇ ਨੂੰ ਮਿਲਣਾ, ਖੁਸ਼ ਹੋ ਕੇ ਮਿਲਣਾ, ਇੱਥੇ ਸੋਹਣੀ ਜ਼ਿੰਦਗੀ ਜਿਹੜੀ ਕੱਟ ਕੇ ਜਾਣੀ ਆ, ਉਹਦੀ ਗੱਲ ਅਸੀਂ ਬਹੁਤ ਘੱਟ ਕਰਦੇ ਹੈਗੇ। ਆਪਾਂ ਨਾ ਬਾਹਰ ਆ, ਆਪਾਂ ਨੂੰ ਰੋਟੀ ਸੌਖੀ ਮਿਲਦੀ, ਇੱਧਰ ਜਿਹੜੇ ਆਏ ਹੋ ਆਪਾਂ ਭੈਣ ਭਰਾ, ਜਿਹੜੇ ਉੱਧਰ ਆਪਣੇ ਬੱਚੇ ਆ ਭੈਣ ਭਰਾ ਆ, ਜਿੱਦਾਂ ਕੋਈ ਵੀ ਪਿੰਡਾਂ 'ਚ ਹੈਗੇ ਸਾਰੇ ਜਿਹੜੇ ਨਹੀਂ ਬਾਹਰ ਆਏ ਹੋਏ, ਉਹਨਾਂ ਦੀ ਉੱਥੇ ਆਪਾਂ ਹਾਲਾਤ ਦੇਖਦੇ ਤਾਂ ਕਿੰਨੇ ਜਿੱਦਾਂ ਔਖਾ ਹੋ ਜਾਂਦਾ, ਉਹਨਾਂ ਲਈ ਬਹੁਤ ਮੁਸ਼ਕਿਲ ਹੁੰਦਾ। ਕਈ ਵਾਰੀ ਜਦ ਉਹਨਾਂ ਦੇ ਆਪਾਂ ਕੋਈ ਘਰ ਦੇ ਵਿੱਚ ਬਿਮਾਰ ਹੋ ਜਾਂਦਾ ਤੇ ਉਹਦਾ ਇਲਾਜ ਨਹੀਂ ਉਹਨਾਂ ਤੋਂ ਕਰਵਾ ਹੁੰਦਾ ਤਾਂ ਬੰਦਾ ਉੱਦਾਂ ਹੀ ਚੱਲ ਜਾਂਦਾ। ਤੇ ਇਦਾਂ ਦੀਆਂ ਗੱਲਾਂ ਸੁਣ ਕੇ ਫਿਰ ਦੁੱਖ ਆਉਂਦਾ ਵੀ ਜੇ ਬੰਦੇ ਕੋਲ ਪੈਸੇ ਹੋਣ ਤਾਂ ਬੰਦਾ ਮਾਰਲਾ 2 ਮਾਰਲੇ ਜ਼ਮੀਨ ਵੇਚ ਕੇ ਉਹਦੇ ਨਾਲ ਹੀ ਬੰਦਾ ਇਲਾਜ ਕਰਾ ਸਕਦਾ, ਜੇ ਹੋਰ ਕੁਛ ਹੈ ਨਹੀਂਗਾ। ਪਰ ਉਹਨੇ ਕਰਾਉਣਾ ਕਿੱਥੋਂ? ਉਹਨਾਂ ਕੋਲ ਤਾਂ ਘਰ ਜੋਗੇ ਥਾਂ ਨਹੀਂ ਹੈਗੇ, ਤਾਂ ਉਹਨੇ ਜ਼ਮੀਨ ਕਿੱਥੋਂ ਵੇਚਣੀ ਆ? ਉਹਨਾਂ ਤਾਂ ਆਪ ਨਹੀਂ ਲੱਭਦੀ ਘਰ ਬਣਾਉਣ ਨੂੰ, ਨਹੀਂ ਕੁੱਲੀਆਂ ਪਾਈਆਂ। ਜਿਹਦੇ ਕੋਲੇ ਕੁਛ ਨਹੀਂ ਉਹ ਤਾਂ ਵਿਚਾਰਾ ਬਾਹਰ ਨੂੰ ਆਉਣ ਲਈ ਵੀ ਤਰਸਦਾ, ਉਹ ਪੜ੍ਹ ਵੀ ਲਵੇ, ਜੇ ਪੜ੍ਹ ਵੀ ਲਿਆ ਤਾਂ ਉੱਥੇ ਵੀ ਨਹੀਂ ਜੋਬ ਉਹਨੂੰ ਮਿਲਦੀ, ਤੇ ਉਹਦੇ ਕੋਲ ਜ਼ਮੀਨ ਜਾਇਦਾਦ ਹੈ ਨਹੀਂ, ਵੇਚਣ ਨੂੰ ਵੀ ਕੁਛ ਨਹੀਂ, ਵੇਚੇ ਤਾਂ ਵੇਚ ਕੇ ਉਹ 2 ਲੱਖ ਰੁਪਈਆ ਉਹ ਇਕੱਠਾ ਕਰੇ ਤਾਂ ਉਹ ਤੁਰ ਪਵੇ। ਜਿਹਦੇ ਕੋਲ 4 ਪੈਸੇ ਹੁੰਦੇ ਤਾਂ ਤੁਰ ਪੈਂਦਾ ਇਕੱਠੇ ਕਰਕੇ, ਉਹ ਤਾਂ ਕੋਈ ਫਰਕ ਨਹੀਂ ਹੈਗਾ। ਉਹ ਤਾਂ ਆਪਣਾ ਹੁਣ ਰਹਿ ਗਿਆ ਥੋੜਾ। ਹਾਂਜੀ ਤੇ ਬਸ ਹੁਣ ਆਪਾਂ ਇਹ ਗੱਲਬਾਤ ਕੀਤੀ ਸੀ, ਔਰ ਇਹ ਤੇ ਗੱਲਬਾਤ ਹੋਰ ਸਮੇਂ ਦੇ ਨਾਲ ਹੋਣੀ ਸੀ ਤੇ ਉਹ ਨਹੀਂ ਹੋਈ, ਤੇ ਅਸੀਂ ਇੱਥੇ ਤੁਹਾਨੂੰ ਹਾਂਜੀ ਸਾਡੇ ਵੱਲੋਂ ਜਿੰਨੇ ਵੀ ਭੈਣ ਭਰਾ ਆਏ ਆ ਉਹਨਾਂ ਨੂੰ ਅਸੀਂ ਥੈਂਕ ਯੂ ਕਰਦੇ, ਉਹਨਾਂ ਦਾ ਬਹੁਤ ਬਹੁਤ, ਤੇ ਸਾਰਿਆਂ ਨੂੰ ਸਾਡੇ ਵੱਲੋਂ ਬਹੁਤ ਬਹੁਤ ਦੁਬਾਰਾ ਵਧਾਈਆਂ ਤੇ ਗੁਰਪੁਰਬ ਦੀਆਂ ਜਿੱਦਾਂ ਸਾਰੇ ਭੈਣ ਭਰਾਵਾਂ ਨੂੰ। ਤੇ ਬਾਕੀ ਅਸੀਂ ਮੰਡੇ ਲੈ ਕੇ ਆਵਾਂਗੇ ਹੋਰ ਕੋਈ ਪ੍ਰੋਗਰਾਮ ਤੇ ਆਪਾਂ ਗੱਲਾਂ ਬਾਤਾਂ ਕਰਾਂਗੇ। ਬਾਕੀ ਸਾਰੇ ਭੈਣ ਭਰਾਵਾਂ ਦੇਖੋ ਵੀਡੀਓ ਤੇ ਦੇਖੀ ਆ, ਇਦਾਂ ਦੀਆਂ ਗੱਲਾਂ ਦੇਖ ਕੇ ਥੋੜ੍ਹੀ ਜਿਹੀ ਆਪਾਂ ਨੂੰ ਦਿਮਾਗ 'ਚ ਗੱਲਾਂ ਚੱਲਦੀਆਂ ਵੀ ਕਿੱਦਾਂ ਹੋਣੀ ਚਾਹੀਦੀ, ਕੀ ਕਰਨਾ ਚਾਹੀਦਾ। ਜੇ ਆਪਾਂ ਅੰਦਰ ਬਹਿ ਕੇ ਗੱਲ ਮੱਥਾ ਅੱਛੇ ਵਿਚਾਰ ਵੀ ਸੁਣਨੇ ਚਾਹੀਦੇ ਆ ਤੇ ਉਹਨਾਂ ਉੱਤੇ ਅਮਲ ਵੀ ਕਰਨਾ ਚਾਹੀਦਾ, ਉਹਨਾਂ ਸੋਚਣਾ ਚਾਹੀਦਾ ਵੀ ਕੀ ਕਿਹਾ ਹੈਗਾ ਤੇ ਇਹ ਕਿੱਦਾਂ ਸੂਤ ਆਊਗੀ ਗੱਲ। ਜੇ ਸਿਰਫ ਇਕੱਲੇ ਸਤਨਾਮ ਵਿੱਚ ਨਾ ਅਸੀਂ ਬੈਠੇ ਰਹੀਏ, ਉਹ ਤੋਂ ਅੱਗੇ ਵੀ ਥੋੜਾ ਜਿਹਾ ਤੁਰੀਏ। ਤੇ ਆਪ ਸਭ ਨੂੰ ਅਸੀਂ ਜੈ ਗੁਰਦੇਵ, ਸਾਡੇ ਵੱਲੋਂ ਬਹੁਤ ਪਿਆਰ ਨਾਲ ਜੈ ਗੁਰਦੇਵ, ਧੰਨ ਗੁਰਦੇਵ ਜੀ।